ਖਾਲਿਸਤਾਨ ਜਿਹੜਾ ਇਹਦਾ ਏਜੰਡਾ ਨਹੀਂ ਸੀ, ਇਹ ਤੇ ਬਾਅਦ ਚ ਗੁੱਸੇ ਦੇ ਵਿੱਚੋਂ ਇੱਕ ਨਿਕਲੀ ਗਾਲ ਆ। ਅਸੀਂ ਤੇ ਹਿੰਦੁਸਤਾਨ ਨਾਲ ਪੱਕੀ ਤਰ੍ਹਾਂ ਜੋੜਨਾ ਚਾਹੁੰਦੇ ਆ। ਉਹ ਰੋਲ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਉਹ ਹਾਂ ਪੱਖੀ ਹੈ ਜਾਂ ਨਾ ਪੱਖੀ ਹੈ? ਜਦੋਂ ਬਾਰਡਰ ਤੇ ਸਿੱਖ ਮਰਦਾ ਉਹਦੀ ਗੱਲ ਕਿਤੇ ਨਹੀਂ ਆ ਰਹੀ। ਕੌਮ ਕੀ ਮੂੰਹ ਦਿਖਾਊਗੀ? ਅਕਾਲ ਤਖ਼ਤ ਸਾਹਿਬ ਦੇ ਏਡੇ ਵੱਡੇ ਅਹੁਦੇ ਉੱਤੇ ਬੈਠਾ ਵਿਅਕਤੀ ਕੀ ਕਠਪੁਤਲੀ ਹੈ? ਬਾਦਲ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੋ। ਤਾਂ ਕੀ ਉਹਦੇ ਬਦਲੇ 'ਚ ਤੁਸੀਂ ਕਾਂਗਰਸ ਦੀ ਇਲੈਕਸ਼ਨ ਸਪੋਰਟ ਕਰੋਗੇ? ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਰੱਖ ਕੇ ਕਿ ਮੈਂ ਅੱਜ ਤੱਕ ਬਰਨਾਲੇ ਦੀ ਕਾਰ 'ਚ ਨਹੀਂ ਬੈਠਾ ਕਦੀ। ਇਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਨਾਲ ਖਿਲਵਾੜ ਕੀਤਾ ਤੇ ਉਹਨੂੰ ਕੁਰਬਾਨ ਕੀਤਾ ਰਾਮ ਰਹੀਮ ਦੀ ਯਾਰੀ ਤੋਂ। ਟੀਵੀ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਜੋ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਕੌਮਾਂਤਰੀ ਪੱਧਰ ਦੇ ਉੱਤੇ ਸਿੱਖ ਡਾਇਸਪੋਰਾ ਇਸ ਵਕਤ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਵੱਖ-ਵੱਖ ਰਾਏ ਰੱਖ ਰਿਹਾ ਹੈ। ਵਿਦੇਸ਼ ਦੀ ਧਰਤੀ ਉੱਤੇ ਮੂਵਮੈਂਟ ਇੰਨੀ ਤੀਬਰਤਾ ਨਾਲ ਚੱਲ ਰਹੀ ਹੈ ਜਿਵੇਂ ਇਉਂ ਜਾਪਣ ਲੱਗ ਪਿਆ ਹੈ ਕਿ ਸਮੁੱਚੀ ਸਿੱਖ ਕੌਮ ਹੁਣ ਦੁਬਾਰਾ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਕੁੱਦਣ ਜਾ ਰਹੀ ਹੈ। ਜੇਕਰ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਇਸ ਵਾਲੇ ਪਾਸੇ ਵੀ ਜਿਹੜੀਆਂ ਰਿਐਕਸ਼ਨਸ ਹੋ ਰਹੇ ਨੇ, FIRs ਹੋ ਰਹੀਆਂ ਨੇ, ਖਾਸ ਕਰ ਗੁਰਪਤਵੰਤ ਸਿੰਘ ਪੰਨੂ ਤੇ ਹੋਰਨਾਂ ਦੇ ਖਿਲਾਫ ਜਾਂ ਫੜੀਆਂ ਹੋ ਰਹੀਆਂ ਨੇ, ਉਸ ਤੋਂ ਵੀ ਕਿਤੇ ਨਾ ਕਿਤੇ ਅਸਿੱਧੇ ਤੌਰ ਦੇ ਉੱਤੇ ਇਸ਼ਾਰਾ ਇਹ ਮਿਲਦਾ ਹੈ ਕਿ ਇਹ ਸਰਕਾਰ ਜਾਂ ਇਹ ਏਜੰਸੀਆਂ ਵੀ ਕਿਤੇ ਨਾ ਕਿਤੇ ਇਸ ਖੌਫ 'ਚ ਨੇ ਕਿ ਦੁਬਾਰਾ ਇਹ ਮੂਵਮੈਂਟ ਸਿਰ ਨਾ ਚੁੱਕ ਲਵੇ। ਪਰ ਵਾਰ-ਵਾਰ ਸਵਾਲ ਉੱਠਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਕਹਿੰਦੇ ਨੇ ਕਿ ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ, ਜੇਕਰ ਕੇਂਦਰ ਸਾਨੂੰ ਖਾਲਿਸਤਾਨ ਦੇਵੇ ਤਾਂ ਅਸੀਂ ਲੈ ਲਵਾਂਗੇ। ਉਹਦੇ ਜਵਾਬ 'ਚ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਕੋਈ ਵੀ ਸਿੱਖ ਅੱਜ ਦਾ ਖਾਲਿਸਤਾਨ ਨਹੀਂ ਚਾਹੁੰਦਾ। ਪਰ ਅਸਲੀਅਤ ਕੀ ਹੈ? ਅਸਲੀਅਤ ਦੇ ਬਾਰੇ ਗੱਲ ਕਰਨ ਲਈ ਅਸੀਂ ਇੱਕ ਅਜਿਹੀ ਹਸਤੀ ਨੂੰ ਆਪਣੇ ਸਟੂਡੀਓ 'ਚ ਸੱਦਾ ਦਿੱਤਾ ਹੈ ਜਿਨ੍ਹਾਂ ਨੇ ਖਾਲਿਸਤਾਨ ਦਾ ਜੋ ਸੰਘਰਸ਼ ਹੋਇਆ 3-4 ਦਹਾਕੇ ਪਹਿਲਾਂ ਉਹਨੂੰ ਆਪਣੇ ਪਿੰਡੇ ਤੇ ਨਾ ਸਿਰਫ ਹੰਢਾਇਆ ਹੈ ਬਲਕਿ ਉਹ ਇਸ ਸਾਰੇ ਸੰਘਰਸ਼ ਦੇ ਪੂਰੇ ਐਪੀਸੋਡ ਦੇ ਇੱਕ ਬਹੁਤ ਵੱਡੇ ਪਾਤਰ ਰਹੇ ਨੇ। ਉਹ ਨੇ ਜਥੇਦਾਰ ਅਕਾਲ ਤਖ਼ਤ, ਸਾਬਕਾ ਜਥੇਦਾਰ ਅਕਾਲ ਤਖ਼ਤ ਭਾਈ ਰਣਜੀਤ ਸਿੰਘ ਮੁਨੀ। ਰਣਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੋ ਖਾਲਿਸਤਾਨ ਦੀ ਗੱਲ ਕਰਨੀ ਹੋਵੇ, ਸਿੱਖ ਸੰਘਰਸ਼ ਦੀ ਗੱਲ ਕਰਨੀ ਹੋਵੇ ਤਾਂ ਜਥੇਦਾਰ ਰਣਜੀਤ ਸਿੰਘ ਉਹਨਾਂ ਤੋਂ ਵੱਡਾ ਜੋ ਗਵਾਹ ਹੈ ਉਸ ਸਮੇਂ ਦਾ ਉਹ ਕੋਈ ਨਹੀਂ ਹੋ ਸਕਦਾ। ਖਾਸ ਕਰ ਨਿਰੰਕਾਰੀ ਕਾਂਡ ਜਿੱਥੋਂ ਕਿ ਇਸ ਸੰਘਰਸ਼ ਦੇ ਹਿੰਸਕ ਰੂਪ ਧਾਰਨਾ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਨਿਰੰਕਾਰੀ ਸੰਪਰਦਾ ਦੇ ਮੁਖੀ ਨੂੰ ਸੋਧਾ ਲਾਇਆ ਗਿਆ ਸੀ ਤਾਂ ਉਸ ਦੇ ਹੱਤਿਆ ਕੇਸ ਦੇ ਵਿੱਚ ਨਾਮਜ਼ਦ ਰਹੇ ਨੇ, ਜੇਲ੍ਹ ਕੱਟੀ ਹੈ ਤੇ ਮੁੜ ਕੇ ਸੰਵਿਧਾਨਕ ਵਿਵਸਥਾ ਅਨੁਸਾਰ ਬਾਹਰ ਆਏ ਨੇ। ਇਸ ਤੋਂ ਵੱਡੀ, ਮੈਂ ਪਹਿਲਾਂ ਵੀ ਕਿਹਾ ਤੇ ਦੂਜੀ ਵਾਰ ਫੇਰ ਕਹਿ ਰਿਹਾ ਕਿ ਇਸ ਤੋਂ ਵੱਡਾ ਗਵਾਹ ਖਾਲਿਸਤਾਨ ਦੇ ਸੰਘਰਸ਼ ਦਾ ਜਾਂ ਇਸ ਮੂਵਮੈਂਟ ਦਾ ਜਾਂ ਇਹ ਮੂਵਮੈਂਟ ਹੁਣ ਕੀ ਸਥਿਤੀ ਰੱਖਦੀ ਹੈ, ਇਸ ਬਾਰੇ ਗੱਲ ਕਰਨ ਲਈ ਇਸ ਤੋਂ ਵੱਡਾ ਆਪਾਂ ਨਹੀਂ ਮੰਨ ਸਕਦੇ ਕਿ ਕੋਈ ਜੀਵਤ ਜਾਂ ਸਜੀਵ ਗਵਾਹ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਨੇ ਆਪਣੇ ਪਿੰਡੇ ਤੇ ਹੰਡਾਇਆ ਸਾਰਾ ਕੁਝ, ਉਹ ਹੋਵੇ। ਸਿੰਘ ਸਾਹਿਬ, ਕੀ ਲੱਗਦਾ ਅੱਜ ਦੀ ਸਥਿਤੀ ਦੇ ਵਿੱਚ ਪਹਿਲੀ ਟਿੱਪਣੀ ਕੀ ਦੇਣਾ ਚਾਹੋਗੇ ਜੋ ਮੌਜੂਦਾ ਸਮੇਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਿੱਖ ਭਾਈਚਾਰੇ ਨੂੰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਦੁਬਾਰਾ ਝੰਜੋੜਨ ਦੀ, ਟੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਮੈਨੂੰ ਨੀਲ ਜੀ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਮੈਂ ਸਭ ਤੋਂ ਪਹਿਲਾਂ ਦਾ ਇਸ ਮੂਵਮੈਂਟ ਨਾਲ ਜੁੜਿਆ। ਇਹ ਮੂਵਮੈਂਟ ਜਿਹੜੀ ਆ ਇਹਦਾ ਬੇਸ ਸੀਗਾ ਨਿਰੰਕਾਰੀ ਸਿੱਖ ਨਿਰੰਕਾਰੀ ਵਿਵਾਦ, ਕਲੇਸ਼, ਜਿਹੜੇ ਮਰਡਰ ਹੋਏ 13, ਫਿਰ ਨਿਰੰਕਾਰੀ ਬਾਬੇ ਦਾ ਮਰਡਰ, ਉਸ ਤੋਂ ਬਾਅਦ ਫੜੋ ਫੜਾਈ, ਉਸ ਤੋਂ ਬਾਅਦ ਇਹ ਮੂਵਮੈਂਟ ਜਿਹੜੀ ਆ ਇਹ ਅਕਾਲੀ ਦਲ ਨੇ ਇਸ ਨੂੰ ਅਪਣਾ ਲਿਆ ਤੇ ਉਸਨੇ ਇੱਕ ਧਰਮ ਯੁੱਧ ਦਾ ਨਾਂ ਦੇ ਕੇ ਇਸ ਨੂੰ 45 ਮੰਗਾਂ ਰੱਖ ਕੇ ਸ਼ੁਰੂ ਕੀਤਾ ਜੀ। ਤੋ ਖਾਲਿਸਤਾਨ ਜਿਹੜਾ ਇਹਦਾ ਏਜੰਡਾ ਨਹੀਂ ਸੀ, ਇਹ ਤੇ ਬਾਅਦ ਚ ਗੁੱਸੇ ਦੇ ਵਿੱਚੋਂ ਇੱਕ ਨਿਕਲੀ ਗਾਲ ਆ ਜੀ। ਤੇ ਜਿਹੜੀ ਸਮੇਂ-ਸਮੇਂ ਜਿਹਨੂੰ ਹਵਾ ਦਿੱਤੀ ਸਰਕਾਰ ਨੇ ਜੀ। ਮੈਂ ਤੁਹਾਨੂੰ ਯਾਦ ਕਰਾਵਾਂ ਕਿ ਸੰਤ ਲੌਂਗੋਵਾਲ ਦਾ ਬਿਆਨ ਹੁੰਦਾ ਸੀ ਕਿ ਅਸੀਂ ਤੇ ਹਿੰਦੁਸਤਾਨ ਨਾਲ ਪੱਕੀ ਤਰ੍ਹਾਂ ਜੋੜਨਾ ਚਾਹੁੰਦੇ ਹਾਂ, ਅਸੀਂ ਆਲ ਇੰਡੀਆ ਐਕਟ ਮੰਗ ਰਹੇ ਹਾਂ। ਤੇ ਕਿਉਂ ਮੰਗ ਰਹੇ ਹਾਂ? ਤੋ ਰਾਜੀਵ ਗਾਂਧੀ ਦਾ ਬਿਆਨ ਹੁੰਦਾ ਸੀ ਕਿ ਅਸੀਂ ਖਾਲਿਸਤਾਨ ਨਹੀਂ ਦੇਵਾਂਗੇ। ਲੌਂਗੋਵਾਲ ਕਹਿੰਦਾ ਸੀ ਕਿ ਅਸੀਂ ਡਿਮਾਂਡ ਜਿਹੜੀਆਂ ਦਿੱਤੀਆਂ ਨੇ, ਲਿਖ ਕੇ ਦਿੱਤੀਆਂ ਨੇ, तो ਉਹਨੂੰ ਤੁਸੀਂ ਪੜ੍ਹ ਸਕਦੇ ਹੋ ਕੀ ਨੇ। तो कहता है बाहर वाली शक्तियां जो हैं वो देश की एकता और अखंडता को बर्बाद कर रही, हम नहीं होने देंगे जी। ये सारियां गल्लां 1984 ਤੋਂ ਬਾਅਦ ਦੀਆਂ ਨੇ। हाँ, 84 ਤੱਕ ਦੀਆਂ ਗੱਲਾਂ ਜਿਹੜੀਆਂ ਉਸ ਤੋਂ ਬਲੂ ਸਟਾਰ ਤੋਂ ਬਾਅਦ ਦੀਆਂ ਵੀ ਗੱਲਾਂ ਜਿਹੜੀਆਂ ਨੇ ਇਹੀ ਚੱਲੀਆਂ ਨੇ।
तो उस समय तक ਜਿਹੜੀ उस समय भी कोई ਧਿਰ ऐसी नहीं ਸੀ ਜਿੰਨੇ ਇਹ ਏਜੰਡੇ ਤੇ ਲੜਾਈ ਲੜੀ ਹੋਵੇ। ਲੇਕਿਨ ਉਹਦੇ ਬਾਅਦ ਜਦੋਂ ਖੂਨ ਖਰਾਬਾ ਹੋਇਆ, ਬਲੂ ਸਟਾਰ ਹੋਇਆ, ਉਦੋਂ ਨੌਜਵਾਨਾਂ ਨੂੰ ਚੁੱਕ ਕੇ ਜਿਸ ਤਰ੍ਹਾਂ ਮਾਰਿਆ ਤੇ ਉਹ ਮੂਵਮੈਂਟ ਜਿਹੜੀ ਆ ਉਹ ਇੱਕੋ ਇੱਕ ਖਾਲਿਸਤਾਨ ਜਿੰਦਾਬਾਦ ਉਹ ਇੱਕੋ ਇੱਕ ਗੱਲ ਨਜ਼ਰ ਆਉਂਦੀ ਰਹੀ। ਲੇਕਿਨ ਮੈਂ ਮਹਿਸੂਸ ਕਰਦਾ ਹਾਂ ਕਿ ਇਹਦੇ ਵਿੱਚ ਜੋ ਕੁਛ ਵੀ ਆ ਜਿਹੜੀਆਂ ਧਿਰਾਂ ਨੇ ਜ਼ਿਆਦਾ ਤੇ ਸਿਮਰਜੀਤ ਸਿੰਘ ਮਾਨ ਦੱਸ ਸਕਦਾ ਕਿਉਂਕਿ ਜੁੜਿਆ ਹੋਇਆ ਇਹਦੇ ਨਾਲ, ਉਹਨੇ ਕੀ ਇਹਦੇ ਬਾਰੇ ਸਟੱਡੀ ਕੀਤੀ ਆ, ਕੀ ਰੂਪ ਰੇਖਾ ਬਣਾਈ ਆ, ਕੀ ਉਹ ਸਿੱਖਾਂ ਨੂੰ ਲੈ ਕੇ ਦੇਣਾ ਚਾਹੁੰਦਾ, ਜਾਂ ਗੁਰਪਤਵੰਤ ਸਿੰਘ ਪੰਨੂ ਦੱਸ ਸਕਦਾ। ਤੋ ਮੈਂ ਇਹ ਵੀ ਦੇਖ ਰਿਹਾ ਕਿ ਇੱਥੇ ਏਜੰਸੀਆਂ ਤੇ ਮੀਡੀਆ ਦਾ ਰੋਲ ਸਾਡੇ ਫੀਲਡ ਦੇ ਵਿੱਚ ਦਿਸਣ ਵਾਲਿਆਂ ਨੂੰ ਜ਼ਿਆਦਾ ਨਜ਼ਰ ਆ ਰਿਹਾ। ਉਹ ਰੋਲ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਉਹ ਹਾਂ ਪੱਖੀ ਹੈ ਜਾਂ ਨਾ ਪੱਖੀ ਹੈ? ਮੈਂ ਏਜੰਡਾ ਹੈ ਕਿ ਪ੍ਰੋਪੇਗੈਂਡਾ ਹੈ? ਮੈਂ ਇਹਦੇ ਬਾਰੇ ਤੇ ਸਰਕਾਰ ਦੀ ਇੱਛਾਵਾਂ ਦੇ ਉੱਤੇ ਨਿਰਭਰ ਕਰਦਾ ਜੀ। ਅੱਜ ਦੇਖੋ ਸਿੱਖਾਂ ਨੇ ਕਰੋਨਾ ਦੇ ਵਿੱਚ ਆਪਣੀ ਜਾਨ ਹੂਲ ਕੇ ਇਹਨੇ ਲੰਗਰ ਲਾਏ, ਇੰਨੀ ਸੇਵਾ ਕੀਤੀ, ਉਹਦੀ ਗੱਲ ਕਿਤੇ ਨਹੀਂ ਆ ਰਹੀ ਜੀ। ਜਦੋਂ ਬਾਰਡਰ ਤੇ ਸਿੱਖ ਮਰਦਾ ਉਹਦੀ ਗੱਲ ਕਿਤੇ ਨਹੀਂ ਆ ਰਹੀ। ਪਰ ਜਦੋਂ ਤੁਸੀਂ ਅੱਜ ਬੜੇ ਚੰਗੇ ਮਾਹੌਲ 'ਚ ਜੋ ਸਿੱਖਾਂ ਦੀ ਇੱਜ਼ਤ ਬਣ ਲੱਗੀ ਹਿੰਦੁਸਤਾਨ 'ਚ, ਉਦੋਂ ਤੁਸੀਂ 9 ਸਿੱਖਾਂ ਨੂੰ ਉਗਰਵਾਦੀ ਅੱਤਵਾਦੀ ਡਿਕਲੇਅਰ ਕਰਕੇ ਤੇ ਦੁਨੀਆ 'ਚ ਗੱਲ ਦਿੱਤੀ ਆਪਣੀ ਕਿ ਇਹ ਸਾਡੇ ਸਮਾਜ ਦੇ ਦੁਸ਼ਮਣ ਨੇ, ਤੇ ਇਹ ਸਾਡੇ ਲਈ ਚੰਗੀ ਗੱਲ ਨਹੀਂ। ਸੈਂਟਰ ਸਰਕਾਰ ਨੂੰ ਜਿੱਡੀ ਵੱਡੀ ਇਹ ਮੁਸੀਬਤ ਸਾਡੀ ਬਣਾ ਕੇ ਪੇਸ਼ ਕਰ ਰਹੇ, ਏਡੀ ਵੱਡੀ ਗੱਲ ਹੈ ਨਹੀਂ ਜੀ। ਬਾਕੀ ਖਾਲਿਸਤਾਨ ਬਾਰੇ ਜਿਹੜੇ ਲੋਕ, ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਉਹ ਜਥੇਦਾਰ ਜਿਹੜਾ ਉਹ ਕਹਿੰਦਾ ਦੇ ਦੇਣਗੇ ਤੇ ਲੈ ਲਾਂਗੇ, ਉਹ ਹਾਸੋਹੀਣਾ ਬਿਆਨ ਸੀ ਇੱਕ। ਮੈਂ ਉਸ ਦਿਨ ਹੀ ਇਹਨੂੰ ਸਾਬਤ ਕਰਤਾ ਸੀ ਕਿ ਇਹ ਬੁਲਾਇਆ ਬੋਲ ਰਿਹਾ ਹੈ, ਆਪ ਨਹੀਂ ਬੋਲਦਾ। ਜੇ ਦੇ ਦੇਣਗੇ, ਜੇ ਨਹੀਂ ਦੇਣਗੇ ਫਿਰ ਕੀ ਕਰੋਗੇ? ਪਲਾਨ ਹੈ ਨਹੀਂ ਕੋਈ। ਕੌਮ ਕੀ ਮੂੰਹ ਦਿਖਾਊਗੀ, ਅਕਾਲ ਤਖਤ ਦੀ ਕੀ ਰਹੂਗੀ? ਮੈਂ ਇੱਥੇ ਥੋੜਾ ਜਿਹਾ ਇਸ ਚੀਜ਼ ਨੂੰ, ਕਿਉਂਕਿ ਤੁਹਾਨੂੰ ਟੋਕਣਾ ਮੈਂ ਕੋਈ ਜ਼ਿਆਦਾ ਵਾਜਬ ਨਹੀਂ ਸਮਝਦਾ ਸੀ, ਪਰ ਜਥੇਦਾਰ ਅਕਾਲ ਤਖਤ ਚਾਹੇ ਉਹ ਕਾਰਜਕਾਰੀ ਨੇ, ਹੁਣ ਅੱਜ ਕੱਲ੍ਹ ਉਹਨਾਂ ਨੂੰ ਫੁੱਲ ਫਲੈਜ ਮਾਨਤਾ ਦੇਣ ਲੱਗ ਪਏ ਆ। ਉਹਨਾਂ ਦੇ ਉਸ ਬਿਆਨ ਨੂੰ ਤੁਸੀਂ ਹਾਸੋਹੀਣਾ ਕਹਿ ਰਹੇ ਹੋ। ਤੁਸੀਂ ਉਹ ਸ਼ਖਸ ਹੋ ਜੋ ਉਸੇ ਅਹੁਦੇ ਉੱਤੇ ਬੈਠ ਕੇ ਆਏ। ਬਿਲਕੁਲ। ਤੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਬੁਲਾਇਆ ਜਾਂਦਾ ਹੈ, ਉਹ ਕਈ ਵਾਰ ਆਪਣੀ ਜ਼ੁਬਾਨ ਨਹੀਂ ਬੋਲਦੇ। ਕੀ ਅਕਾਲ ਤਖਤ ਸਾਹਿਬ ਦੇ ਏਡੇ ਵੱਡੇ ਅਹੁਦੇ ਉੱਤੇ ਬੈਠਾ ਵਿਅਕਤੀ ਕੀ ਕਠਪੁਤਲੀ ਹੈ? ਹੋ ਸਕਦਾ ਹੈ ਇਹਦੇ ਤੋਂ ਪਹਿਲਾਂ ਅੱਧੀ ਦਰਜਨ ਹੋਰ ਇਹਦੇ ਕਿਉਂਕਿ ਤੁਸੀਂ ਉਸ ਅਹੁਦੇ ਤੇ ਬਹਿ ਕੇ ਆਏ। ਹਰਪ੍ਰੀਤ ਤੋਂ ਪਹਿਲਾਂ ਅੱਧੀ ਦਰਜਨ ਜਥੇਦਾਰ ਕਮੀਜ਼ ਦੀ ਤਰ੍ਹਾਂ ਬਦਲੇ ਗਏ। ਕਿਉਂ ਬਦਲੇ ਗਏ? ਜਥੇਦਾਰ ਅਕਾਲ ਤਖਤ ਇੱਕ ਪਦਵੀ ਆ ਜਿਹਦੀ ਉਮਰ ਦਾ ਲਿਹਾਜ਼ ਨਹੀਂ ਦੇਖਿਆ ਜਾਂਦਾ। ਜੀ ਬਿਲਕੁਲ। ਅਹੁਦਾ, ਤੇ ਉਹ ਅਹੁਦਾ ਗੁਰੂ ਸਾਹਿਬ ਵੱਲੋਂ ਬਣਾਇਆ, ਉਹ ਸਿਧਾਂਤ ਆ, ਉਹ ਐਕਟ ਨਹੀਂ ਜੀ। ਤੋ ਜਿਹੜਾ ਸਿਧਾਂਤ ਆ ਗੁਰੂ ਦਾ, ਉਹਦੇ ਨਾਲ ਇੰਨਾ ਵੱਡਾ ਮਜ਼ਾਕ ਕੌਣ ਕਰ ਰਿਹਾ ਹੈ? ਤੁਸੀਂ ਅਹੁਦੇ ਦੀ ਗੱਲ ਕੀਤੀ ਹੈ ਥੋੜਾ ਜਿਹਾ। ਵੈਸੇ ਤਾਂ ਅੱਗੇ ਮੈਂ ਤੁਹਾਡੇ ਕਈ ਵਾਰ ਸਾਡਾ ਵਿਚਾਰ ਵਟਾਂਦਰਾ ਕਰਨ ਦਾ ਸਬਬ ਬਣਿਆ, ਮੈਨੂੰ ਤਾਂ ਖੈਰ ਪਤਾ ਹੀ ਹੈ। ਪਰ ਸਿੱਖ ਗੁਰਦੁਆਰਾ ਐਕਟ 1925 ਦੇ ਤਹਿਤ, ਜਿਹਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੁੰਦਾ ਹੈ, ਤੇ ਉਹਦੇ ਤਹਿਤ ਹੀ ਜਿਹੜੀ ਹੈਗੀ ਹੈ ਉਹ ਇੱਕ ਪੋਸਟ ਵੀ ਕ੍ਰੀਏਟ ਹੈ ਜਿਹਦੀ ਤਨਖਾਹ ਸ਼੍ਰੋਮਣੀ ਕਮੇਟੀ ਤੋਂ ਜਾਂਦੀ ਹੈ। ਨਹੀਂ ਐਕਟ ਬਣਿਆ ਅਕਾਲ ਤਖਤ ਸਾਹਿਬ ਦੀ ਤਨਖਾਹ ਸ਼੍ਰੋਮਣੀ ਕਮੇਟੀ ਤੋਂ ਨਹੀਂ ਜਾਂਦੀ। ਐਕਟ ਬਣਿਆ 26 ਚ ਜੀ, ਅਕਾਲ ਤਖਤ ਬਣਿਆ 1609 ਚ ਜੀ। ਪਰ ਇਹ ਉਹਦਾ ਕੀ ਤਨਖਾਹ ਨਹੀਂ ਜਾਂਦੀ? ਮੇਰੀ ਗੱਲ ਨਹੀਂ ਸਮਝੇ ਤੁਸੀਂ। ਐਕਟ ਬਣਿਆ 26 ਚ 1926 ਚ, 100 ਸਾਲ ਪਹਿਲਾਂ। 100 ਸਾਲ ਅਜੇ ਹੋਣੇ ਆ। ਇਸ ਤੋਂ 300 ਸਾਲ ਪਹਿਲਾਂ ਕੀ ਸੀ ਜੀ? ਉਦੋਂ ਕਿਹੜਾ ਐਕਟ ਸੀ? ਉਦੋਂ ਕੌਣ ਤਨਖਾਹ ਦਿੰਦਾ ਸੀ? ਇੱਕ ਪਦਵੀ ਆ, ਜਿਹੜੀ ਪਦਵੀ ਬਾਬਾ ਬੁੱਢਾ ਜੀ ਦੀ ਤਰ੍ਹਾਂ ਬਿਲਕੁਲ ਗੁਰੂ ਵੱਲੋਂ ਨਿਸ਼ਚਿਤ ਕੀਤੀ ਗਈ। ਜੋ ਇਹ ਜਿਹੜੀ ਐਕਟ ਆ, ਇਹਦੇ ਵਿੱਚ ਇਹਨਾਂ ਅਕਾਲੀ ਵੀਰਾਂ ਨੇ ਉਪ ਨਿਯਮ ਬਣਾ ਕੇ ਪ੍ਰਬੰਧਕ ਕਮੇਟੀ ਦੇ ਐਕਟ ਨੂੰ, ਸਿਧਾਂਤ ਨੂੰ ਵਿੱਚ ਲੈ ਕੇ ਬਾਬਾ ਬੁੱਢਾ ਦੀ ਪਦਵੀ ਨੂੰ ਨੌਕਰ ਕਰ ਲਿਆ। ਇਹ ਤਾਂ ਸੱਚਾਈ ਹੈ ਕਿ ਇਸ ਵਕਤ ਤਨਖਾਹ ਦੇ ਉੱਤੇ ਹੈ ਜਥੇਦਾਰ ਅਕਾਲ ਤਖਤ ਦਾ ਉਹਦਾ ਜਿਹੜਾ ਬੰਦਾ ਬਹਿੰਦਾ ਉਹਨੂੰ ਤਨਖਾਹ ਹੁੰਦੀ ਹੈ। ਫਿਰ ਇਹ ਬਿਲਕੁਲ ਸਰਾਸਰ ਗਲਤ ਆ। ਸਾਡੇ ਸਿਧਾਂਤ ਅਨੁਸਾਰ ਇਹ ਬਿਲਕੁਲ ਗਲਤ ਆ। ਤੁਸੀਂ ਤਨਖਾਹ ਲੈਂਦੇ ਰਹੋ ਕਿ ਨਹੀਂ ਲੈਂਦੇ? ਨਹੀਂ ਦਿੱਲੀ ਬਿਲਕੁਲ ਨਹੀਂ ਲਈ। ਕੋਈ ਸਾਬਤ ਕਰੇ ਕੋਈ ਨਵਾਂ ਪੈਸਾ ਲਿਆ ਹੋਵੇ 2.5 ਸਾਲਾਂ 'ਚ ਜੀ। ਪ੍ਰਬੰਧਕ ਕਮੇਟੀ ਅੱਜ ਮੇਰੀ ਦੁਸ਼ਮਣ ਆ, ਦੁਸ਼ਮਣਾਂ ਦੀ ਤਰ੍ਹਾਂ ਮੇਰੇ ਨਾਲ ਵਿਵਹਾਰ ਕਰ ਰਹੀ ਆ। ਬਾਦਲ ਮੇਰਾ ਸਭ ਤੋਂ ਵੱਡਾ ਦੁਸ਼ਮਣ, ਉਹ ਸਾਬਤ ਕਰੇ ਮੈਂ 5 ਰੁਪਏ ਵੀ ਲਏ ਹੋਣ ਤਾਂ ਤੇ ਗੱਲ ਆ ਜੀ। ਔਰ ਮੈਂ ਜਥੇਦਾਰੀ ਲਈ ਆ ਤੇ ਸੰਗਤ ਦੇ ਥਰੂ ਲਈ ਆ, ਸਰਬੱਤ ਖਾਲਸੇ ਦੇ ਥਰੂ ਲਈ ਆ। ਦੂਸਰਾ ਇਹ ਜਿਹੜਾ ਅੱਜ ਮੈਂ ਤੁਹਾਨੂੰ ਉੱਥੇ ਲੈ ਆਵਾਂ
ਵੀ ਜੇ ਬੱਚਾ ਚਾਹੁੰਦਾ ਹੈ ਖਾਲਿਸਤਾਨ ਤੇ ਫਿਰ ਅੱਜ ਅਰਦਾਸ ਕਿਉਂ ਨਹੀਂ ਹੋਣ ਦਿੰਦਾ ਹੈ ਜੀ। ਅੱਜ ਅਗਰ 2020 ਵਾਲੇ ਅਰਦਾਸ ਕਰਨ ਲਈ ਗਏ ਨੇ ਉੱਥੇ ਅਕਾਲ ਤਖਤ, ਅਰਦਾਸ ਕਿਉਂ ਨਹੀਂ ਹੋਣ ਦਿੰਦਾ? ਅੱਜ ਜਥੇਦਾਰ ਕਿੱਥੇ ਆ ਜੀ? ਅੱਜ ਅਕਾਲ ਤਖਤ ਦੀ ਭੂਮਿਕਾ ਕਿੱਥੇ ਆ? ਉੱਥੇ ਬਾਹਰ ਨਫਰੀ ਪੁਲਿਸ ਦੀ ਜਿਹੜੀ ਹੈਗੀ ਹੈ ਤੈਨਾਤ ਹੋਊਗੀ। ਮੈਂ ਕਿਹਾ ਸਾਡੇ ਸਮੇਂ ਵੀ ਪੁਲਿਸ ਹੁੰਦੀ ਸੀ, ਅਸੀਂ ਬਲੂ ਸਟਾਰ ਵੀ ਮਨਾਏ ਆ, ਪਰ ਕੀ ਮਜ਼ਾਲ ਹੈ ਕਿਤੇ ਬੈਰੀਕੇਡ ਲੱਗਾ ਹੋਵੇ ਪੁਲਿਸ ਦਾ? ਜਥੇਦਾਰ 'ਚ ਹਿੰਮਤ ਹੋਣੀ ਚਾਹੀਦੀ ਹੈ, ਜਥੇਦਾਰ 'ਚ ਕਣ ਹੋਣਾ ਚਾਹੀਦਾ, ਜਥੇਦਾਰ ਦੀ ਆਵਾਜ਼ 'ਚ ਗੜਕ ਹੋਣੀ ਚਾਹੀਦੀ ਹੈ ਜੀ, ਉਹ 'ਚ ਇਮਾਨਦਾਰੀ ਹੋਣੀ ਚਾਹੀਦੀ ਹੈ, ਸੰਗਤ ਪ੍ਰਤੀ ਵੀ, ਲੀਡਰ ਪ੍ਰਤੀ ਵੀ, ਤੇ ਜਵਾਬ ਦਿਓ ਸੰਗਤ ਨੂੰ। ਇਹ ਜਥੇਦਾਰ ਅਕਾਲ ਤਖਤ ਦੀ ਪੋਸਟ ਮਜ਼ਾਕ ਨਹੀਂ। ਮੈਂ ਇਹੀ ਕਹਿਣਾ ਹੈ ਕਿ ਜੇ ਮਿਲ ਜਵੇ ਤੇ ਲੈ ਲਾਂਗੇ, ਜੇ ਨਹੀਂ ਦੇਣਗੇ ਫਿਰ ਅਕਾਲ ਤਖਤ ਦਾ ਕੀ ਰੁਤਬਾ ਰਹਿ ਗਿਆ? ਤੇਰਾ ਰੁਤਬਾ ਕੀ ਰਹਿ ਗਿਆ? ਸੰਗਤ ਦਾ ਕੀ ਰੁਤਬਾ ਰਹਿ ਗਿਆ ਜਿਹੜੀ ਇਹਦੀ ਉਮਤ ਆ? ਇਹਦਾ ਮਤਲਬ ਫਿਰ ਪਹਿਲੀ ਤਨਖਾਹ ਤੇ ਕੰਮ ਕਰਾਂਗੇ ਅਸੀਂ ਜੀ। ਤੋ ਇਹ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਾਂ ਕਿ ਜਿੰਨੀ ਕੁ ਵੀ ਇਹ ਗੱਲ ਅੱਜ ਤੁਸੀਂ ਦੇਖ ਰਹੇ ਹੋ, ਮਾਹੌਲ ਦੇਖ ਰਹੇ ਹੋ ਸਾਡੀ ਫੀਲਡ 'ਚ, ਇਹਦੇ ਬਾਰੇ ਤੁਸੀਂ ਮਾਨ ਸਾਹਿਬ ਤੇ ਗੁਰਪਤਵੰਤ ਸਿੰਘ ਪੰਨੂ ਤੋਂ ਜ਼ਿਆਦਾ ਬਿਹਤਰ ਕਿਸੇ ਤੋਂ ਨਹੀਂ ਜਾਣ ਸਕਦੇ। ਉਹਨਾਂ ਤੋਂ ਜ਼ਿਆਦਾ ਪੁੱਛੋ ਵੇਰਵੇ ਨਾਲ ਕਿ ਤੁਸੀਂ ਖਾਲਿਸਤਾਨ ਸਾਨੂੰ ਦੇ ਰਹੇ ਹੋ ਤੇ ਕਿਸ ਤਰ੍ਹਾਂ ਲੈ ਕੇ ਦਿਓਗੇ, ਉਹਦੇ ਵਸੀਲੇ ਕੀ ਹੋਣਗੇ, ਉਹਦੀ ਕੀਮਤ ਕੀ ਦੇਣੀ ਪਊਗੀ, ਤੇ ਉਹਦੇ ਲਈ ਸਾਨੂੰ ਰਾਹ ਕਿਹੜਾ ਅਪਣਾਉਣਾ ਪਊਗਾ, ਤੇ ਤੁਸੀਂ ਉਸ ਰਾਹ ਤੇ ਚੱਲ ਰਹੇ ਹੋ। ਤੁਸੀਂ ਇੱਕ ਵੱਡੀ ਗੱਲ ਵਿੱਚ ਕਹੀ ਹੈ ਕਿ ਕੀਮਤ ਕੀ ਦੇਣੀ ਪਏਗੀ। ਤੁਸੀਂ ਉਹ ਲੋਕ ਹੈ ਜਿਨ੍ਹਾਂ ਨੇ ਕੀਮਤ ਚੁਕਾਈ ਹੈ, ਜੇਲਾਂ ਕੱਟੀਆਂ ਨੇ, ਤੁਹਾਡੇ ਤੇ ਹੱਤਿਆ ਦੇ ਇਲਜ਼ਾਮ ਲੱਗੇ ਨੇ, ਭਾਵੇਂ ਕੌਮ ਉਸ ਨੂੰ ਪ੍ਰਾਪਤੀ ਦੇ ਤੌਰ ਤੇ ਦੇਖਦੀ ਹੈ, ਇੱਕ ਬਦਲੇ ਦੇ ਤੌਰ ਤੇ ਦੇਖਦੀ ਹੈ, ਨਿਰੰਕਾਰੀ ਮੁਖੀ ਨੂੰ ਸੋਧਾ ਲਾਉਣਾ ਕੋਈ ਇੱਕ ਵੱਡੀ ਇਤਿਹਾਸਕ ਘਟਨਾ ਰਹੀ ਹੈ, ਖਾਸ ਕਰ ਸਿੱਖ ਸੰਘਰਸ਼ ਜੋ ਮੌਜੂਦਾ ਆਧੁਨਿਕ ਜਾਂ ਮੌਜੂਦਾ ਸਮੇਂ ਦਾ ਸਿੱਖ ਸੰਘਰਸ਼ ਹੈ। ਜੇਲਾਂ 'ਚ ਤੁਸੀਂ ਰਹੇ ਹੋ, ਜੇਲਾਂ 'ਚ ਹੁਣ ਵੀ ਬਹੁਤ ਸਾਰੇ ਸਿਆਸੀ ਸਿੱਖ ਕੈਦੀ ਬੰਦ ਨੇ। ਉਹਨਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਖਾਲਿਸਤਾਨ ਦੀ ਮੰਗ, ਖਾਲਿਸਤਾਨ ਦਾ ਸਿਧਾਂਤ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਉਹਨਾਂ ਨੂੰ ਪੁੱਛੇ ਬਿਨਾਂ ਤਾਂ ਬਹੁਤ ਡਿੰਗਾ ਵੱਜ ਰਹੀਆਂ ਨੇ ਕਿ ਖਾਲਿਸਤਾਨ ਇੱਦਾਂ ਲੈ ਲਾਂਗੇ, ਉੱਦਾਂ ਲੈ ਲਾਂਗੇ। ਤੁਸੀਂ ਕਿਹਾ ਕੀਮਤ ਚੁਕਾਣੀ ਪੈਣੀ ਹੈ, ਤੁਸੀਂ ਕੀਮਤ ਚੁਕਾਈ ਹੋਈ ਹੈ। ਜਿਨ੍ਹਾਂ ਨੇ ਕੀਮਤ ਚੁਕਾਈ ਹੈ, ਤੁਸੀਂ ਉਹਨਾਂ ਦੇ ਨਾਲ ਵਿਚਰੇ ਹੋ, ਰਹੇ ਹੋ, ਉਹਨਾਂ ਦੀ ਜਿਹੜੀ ਮਨੋਅਵਸਥਾ। ਮੈਂ ਇਹੀ ਕਹਿਣਾ ਆ ਕਿ ਕੋਈ ਵੀ ਜਿਹੜਾ ਮਸਲਾ ਜਦੋਂ ਤੁਸੀਂ ਹੱਲ ਕਰਨਾ ਹੋਵੇ ਜਾਂ ਪ੍ਰਾਪਤੀ ਕਰਨੀ ਹੋਵੇ, ਤੇ ਉਦੋਂ ਇਹ ਨਹੀਂ ਦੇਖਿਆ ਜਾਂਦਾ ਕਿ ਜਾਨ ਰਹੂਗੀ ਕਿ ਜਾਊਗੀ। ਬਟ ਜਿਹੜੇ ਸਾਡੇ ਸਮੇਂ ਤੋਂ ਬਾਅਦ ਤੁਰੇ ਨੇ, ਉਹਨਾਂ ਨੂੰ ਅੱਜ 30 ਸਾਲ ਹੋ ਗਏ ਜੇਲ੍ਹਾਂ 'ਚ। ਬਿਲਕੁਲ, ਉਹਨਾਂ ਦੀ ਕੋਈ ਮੁਲਾਕਾਤ ਕਰਨ ਲਈ ਨਹੀਂ ਜਾ ਰਿਹਾ। ਇੱਥੇ ਤੁਹਾਡੀ ਫੀਲਡ ਕਮਜ਼ੋਰ ਕਿਉਂ ਆ? ਜਦੋਂ ਸਿੱਖ ਬੱਚਿਆਂ ਨੂੰ ਟਾਰਚਰ ਕਰਦੀ ਪੁਲਿਸ ਤੇ ਜੇਲ੍ਹਾਂ 'ਚ ਸੁੱਟ ਦਿੰਦੀ, ਉਦੋਂ ਤੁਹਾਡੀ ਫੀਲਡ ਦੇ ਵਿੱਚ ਕੋਈ ਨਜ਼ਰ ਕਿਉਂ ਨਹੀਂ ਆਉਂਦਾ? ਉਦੋਂ ਤੁਸੀਂ ਕਿਤੇ ਸਾਨੂੰ ਨਜ਼ਰ ਕਿਉਂ ਨਹੀਂ ਆਉਂਦੇ? ਤੋ ਕੋਈ ਵੀ ਜਾਨ ਦੀ ਪਰਵਾਹ ਨਹੀਂ ਕਰਦਾ ਸਿੱਖ ਜਦੋਂ ਆਪਣੇ ਮਕਸਦ ਲਈ ਗੁਰੂ ਅੱਗੇ ਅਰਦਾਸ ਕਰਕੇ ਤੁਰਦਾ। ਲੇਕਿਨ ਇੱਕ ਵਫਾ, ਕਮਿਟਮੈਂਟ ਕਾਜ ਨਾਲ ਜਿਹੜੀ ਹੈ ਬੜੀ ਜ਼ਰੂਰੀ ਹੈ। ਸਿੰਘ ਸਾਹਿਬ, ਤੁਸੀਂ ਇੱਕ ਵੱਡਾ ਪਹਿਲੂ ਛੂਹਿਆ ਹੈ ਕਿ ਜੋ ਲੋਕ ਅੱਜ ਜੇਲ੍ਹਾਂ 'ਚ ਬੈਠੇ ਨੇ, ਸਿੱਖ ਸੰਘਰਸ਼ ਦੇ ਪਾਤਰ ਰਹਿ ਰਹੇ ਨੇ, ਉਹ ਕਿਸੇ ਤਰ੍ਹਾਂ ਦੇ, ਉਹਨਾਂ ਦੀ ਕੋਈ ਖੈਰ ਸੁੱਖ ਵੀ ਨਹੀਂ ਲੈ ਰਿਹਾ ਜੀ। ਪਰ ਅਕਾਲੀ ਦਲ, ਜਿਹਨੂੰ ਕਿ ਪੰਥਕ ਜਮਾਤ ਆਪਾਂ ਕਹਿੰਦੇ ਆ, ਉਹਦੀ ਰਜਿਸਟਰੀ ਅੱਜ ਕੱਲ੍ਹ ਹਰ ਕੋਈ ਚੱਕੀ ਫਿਰਦਾ ਹੈ। ਕੋਈ ਕਹਿੰਦਾ ਮੈਂ ਪ੍ਰਕਾਸ਼ ਸਿੰਘ ਬਾਦਲ ਤੋਂ ਸ਼੍ਰੋਮਣੀ ਕਮੇਟੀ ਖੋਲ੍ਹਣੀ ਹੈ, ਕੋਈ ਕਹਿੰਦਾ ਅਸੀਂ ਪੰਜਾਬ ਦੀ ਸੱਤਾ ਖੋਲ੍ਹਣੀ ਹੈ, ਢਿੰਡਸੇ ਆਪਣੀ ਤੂਤੀ ਵਜਾ ਰਹੇ ਨੇ, ਬ੍ਰਹਮਪੁਰਾ ਦੀ ਟਕਸਾਲੀ ਜਿਹੜੇ ਨੇ ਆਪਣਾ ਰਾਗ ਲਾਪਿਆ ਹੋਇਆ, ਉਹਨਾਂ ਨੇ ਕਹਿੰਦੇ ਵੀ ਢੀਂਡਸਾ ਸਾਹਿਬ ਸਾਡੀ ਪ੍ਰਧਾਨਗੀ ਲੈ ਲੈਣ। ਤੇ ਕੀ ਅਕਾਲੀ ਦਲ ਜਿਹੜਾ ਸਿਰਫ ਇਹਨਾਂ 5, 6, 10 ਲੀਡਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ? ਜੋ ਅਕਾਲੀ ਸਿਆਸਤ ਹੈ, ਪੰਥਕ ਸਿਆਸਤ ਹੈ, ਉਹਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਇੱਕ ਤਾਂ ਜਿਹੜੇ ਅਕਾਲੀ ਦਲ ਬਣਨੇ ਜਾਂ ਬਣਨ ਲਈ ਕੋਸ਼ਿਸ਼ਾਂ ਜਿਹੜੀਆਂ ਨੇ, ਇਸ ਗੱਲ ਦਾ ਪ੍ਰਤੀਕ ਨੇ ਕਿ ਬਾਦਲ ਪਰਿਵਾਰ ਆਪਣਾ ਵੇਲਾ ਵਿਹਾ ਚੁੱਕਾ। ਇਹ ਤਾਂ ਕਾਫੀ ਦੇਰ ਦਾ ਵਹਾਇਆ ਹੋਇਆ ਜੀ, ਉਹ ਫਿਰ ਵੀ ਦੁਬਾਰਾ ਨਹੀਂ, ਜਦੋਂ ਇੱਕ ਜਿਹੜਾ ਸਿਸਟਮ ਆ ਉਹਦੇ ਤੇ ਉਹਦਾ ਲੋਕ ਲੱਗਾ ਹੋਇਆ ਜੀ, ਉਹ ਲੋਕ ਜਿਹੜਾ ਲੱਗਾ ਹੋਇਆ ਉਹਨੇ ਬੜੇ ਤਰੀਕੇ ਨਾਲ ਲੰਬਾ ਸਮਾਂ ਕੋ ਸਤਾ ਰਹੀ ਹੈ, ਇਸ ਕਰਕੇ ਲਾਇਆ। ਤੇ ਸਤਾ ਨੂੰ ਇਸ ਕਰਕੇ ਮਿਲੀ ਕਿਉਂਕਿ ਅਕਾਲੀ ਦਲ ਨੂੰ ਸਿੱਖ ਕੌਮੀ ਪਾਰਟੀ ਸਮਝਦੇ ਸੀ। ਅਕਾਲੀ ਦਲ ਤੋਂ ਬਿਨਾਂ ਇੱਕੋ ਇੱਕ ਪਾਰਟੀ ਸੀ ਕਾਂਗਰਸ, ਉਹਨੂੰ ਦੁਸ਼ਮਣ ਸਮਝਦੇ ਸੀ। ਵੋਟਾਂ ਇਹਨੂੰ ਪਾਉਣੀਆਂ ਮਜਬੂਰੀ ਸੀ। ਉਸਨੇ ਹੌਲੀ ਹੌਲੀ ਸਾਰੇ ਲੀਡਰ ਛਾਂਗ ਕੇ ਤੇ ਭਤੀਜੇ ਲੈਣ ਦੇ, ਪੁੱਤਰ ਲੈਣ ਦੇ, ਜਵਾਈ ਲੈਣ ਦਾ, ਨੂੰਹ ਲੈਣ ਦੀ, ਨੂੰਹ ਦਾ ਭਰਾ ਲੈਣ ਦਾ, ਕੁੜਮਾਚਾਰੀ ਅੱਗੇ ਲੈਣ ਦੀ, ਤੇ ਉਹਨੂੰ ਅਕਾਲੀ ਦਲ ਬਣਾ ਲਿਆ। ਲੇਕਿਨ ਕੌਮੀ ਮਸਲੇ ਪਰਿਵਾਰ ਨਹੀਂ ਨਜਿੱਠ ਸਕਦਾ, ਉਹ ਕੌਮ ਹੀ ਨਜਿੱਠਦੀ ਆ। ਉਹ ਅੱਜ ਸਾਬਤ ਹੋ ਗਿਆ। ਸੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਅਕਾਲੀ ਦਲ ਬਣਿਆ ਸੀ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਜ਼ਮਤ ਦਾ ਪਹਿਰੇਦਾਰ ਸੀ ਜੀ। ਇਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਨਾਲ ਖਿਲਵਾੜ ਕੀਤਾ ਤੇ ਉਹਨੂੰ ਕੁਰਬਾਨ ਕੀਤਾ ਰਾਮ ਰਹੀਮ ਦੀ ਯਾਰੀ ਤੋਂ। ਅੱਜ
267 ਬੀੜਾਂ ਨਹੀਂ ਮਿਲ ਰਹੀਆਂ, ਕਿੱਥੇ ਗਈਆਂ? ਇਹ ਕਿਸੇ ਡੇਰੇ ਨੂੰ ਗਈਆਂ ਨੇ ਜੀ। ਇਹ ਪ੍ਰੂਫ ਖਤਮ ਕਰਨ ਲਈ ਅੱਗ ਵੀ ਲੱਗ ਸਕਦੀ ਹੈ। ਇਹ ਪ੍ਰੂਫ ਖਤਮ ਕਰਨ ਲਈ ਅੱਜ ਉਹ ਜਿਹੜੇ ਸੀਰੀਅਲ ਨੰਬਰ ਖਤਮ ਹੋ ਰਹੇ ਨੇ ਉਹ ਨਹੀਂ ਲੱਭ ਰਹੇ। ਇਹ ਤੇ ਇੱਕ ਅਫਸਰ ਦੀ ਇਮਾਨਦਾਰੀ ਕਿ ਉਹਨੇ ਚਾਰਜ ਲੈਣ ਲੱਗਿਆ ਕਿਹਾ ਕਿ ਮੈਨੂੰ ਇਹ ਸਮਾਨ ਪੂਰਾ ਕਰਕੇ ਦਿਓ, ਬੀੜਾਂ ਦੀ ਗਿਣਤੀ ਪੂਰੀ ਕਰੋ, ਨੰਗਾ ਹੋ ਗਿਆ। ਨਹੀਂ ਤੇ 5 ਸਾਲ ਦਾ ਇਹਨਾਂ ਨੇ ਢੱਕਿਆ ਹੋਇਆ ਸੀ, ਸਾਰਾ ਕੁਝ ਅੱਗ ਨੂੰ ਢੱਕਿਆ ਹੋਇਆ ਸੀ। ਤੋ ਇਹ ਜਿਹੜੀ ਬੇਵਫਾਈ ਆ ਕੌਮ ਦੇ ਨਾਲ, ਉਸ ਦੀ ਵਜ੍ਹਾ ਨਾਲ ਅੱਜ ਹਰੇਕ ਸਿੱਖ ਚਾਹੁੰਦਾ ਹੈ ਕਿ ਅਸੀਂ ਕੁਝ ਕਰੀਏ, ਇਸ ਚੁੰਗਲ ਚੋਂ ਨਿਕਲੀਏ। ਤੇ ਉਹਦੇ ਲਈ ਮੈਂ ਤੇ ਮੁਬਾਰਕਬਾਦ ਦਊਂਗਾ ਜਿਨ੍ਹਾਂ ਨੇ ਇਹਨੂੰ ਅਲਵਿਦਾ ਆਖ ਕੇ ਤੇ ਅਕਾਲੀ ਦਲ ਬਣਾਉਣ ਲਈ ਕੋਸ਼ਿਸ਼ ਕੀਤੀ ਆ, ਕਿਉਂਕਿ ਕੋਸ਼ਿਸ਼ ਨਾ ਕਰੋ ਉਹਦੇ ਅੱਗੇ ਗੋਡੇ ਟੇਕ ਦਿਓ ਤੇ ਸਾਡੇ ਗੁਰੂ ਸਾਹਿਬ ਵੱਲੋਂ ਇਹ ਸਾਨੂੰ ਪ੍ਰਵਾਨਗੀ ਨਹੀਂ ਮਿਲਦੀ। ਜਥੇਦਾਰ ਸਾਹਿਬ, ਜਿਵੇਂ ਕਿ ਖਾਲਿਸਤਾਨ ਦੀ ਆਪਾਂ ਗੱਲ ਕੀਤੀ ਹੈ, ਅਕਾਲੀ ਸਿਆਸਤ ਦੀ ਗੱਲ ਕੀਤੀ ਹੈ, ਇਹ ਥੋੜੀਆਂ ਜੀਆਂ ਸਿਧਾਂਤਕ ਗੱਲਾਂ ਨੇ, ਵੱਡੀਆਂ ਗੱਲਾਂ ਨੇ, ਵੱਡੇ ਇਹਨਾਂ ਦੇ ਹੱਲ ਨੇ ਤੇ ਵੱਡੇ ਤਰ੍ਹਾਂ ਦੇ ਇਹਨਾਂ ਦੇ ਅਸਰ ਪੈਂਦੇ ਨੇ। ਜੇਕਰ ਇੱਕ ਬਤੌਰ ਇੱਕ ਖਬਰਨਵੀਸ, ਇੱਕ ਪੱਤਰਕਾਰ ਮੈਂ ਗੱਲ ਕਰਨੀ ਚਾਹਾਂ ਤੁਹਾਡੇ ਨਾਲ ਕਿ ਜੋ ਹੁਣ ਅਕਾਲੀ ਦਲ ਨਵਾਂ ਬਣਨ ਜਾ ਰਿਹਾ, ਸੁਖਦੇਵ ਸਿੰਘ ਢੀਂਡਸਾ ਐਲਾਨਨਾਮਾ ਕਰਨ ਜਾ ਰਹੇ ਨੇ, ਟਕਸਾਲੀ ਅਕਾਲੀ ਦਲ ਪਹਿਲਾਂ ਬਣਿਆ ਹੋਇਆ ਹੈ, ਤੀਜੀ ਧਿਰ ਨੂੰ ਇਹ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਪੰਥਕ ਅਕਾਲੀ ਲਹਿਰ ਚਲਾ ਰਹੇ ਹੋ 2-2.5 ਸਾਲਾਂ ਤੋਂ, ਤੁਹਾਡਾ ਸਿਆਸੀ ਸਟੈਂਡ ਕੀ ਰਹੇਗਾ? ਦੇਖੋ, ਅਸੀਂ ਇੱਕ ਕੌਮ ਨਾਲ ਵਾਅਦਾ ਕੀਤਾ ਹੈ, ਖਾਸ ਕਰਕੇ ਸਿੱਖ ਕੌਮ ਨਾਲ, ਕਿ ਤੁਸੀਂ ਆਪਣੀ ਆਈਡੀ ਨਹੀਂ ਕਿਸੇ ਨੂੰ ਦਿੱਤੀ, ਤੁਸੀਂ ਆਪਣਾ ਧਰਮ ਨਹੀਂ ਕਿਸੇ ਕੋਲ ਵੇਚਿਆ। ਤੁਸੀਂ ਆਮ ਆਦਮੀ ਪਾਰਟੀ 'ਚ ਗਏ, ਤੁਸੀਂ ਕਾਂਗਰਸ 'ਚ ਗਏ, ਤੁਸੀਂ ਬਸਪਾ 'ਚ ਗਏ, ਤੁਸੀਂ ਕਾਮਰੇਡ ਬਣੇ, ਪਰ ਤੁਹਾਡਾ ਸਰੂਪ ਨਹੀਂ ਵਿਕਿਆ, ਤੁਹਾਡਾ ਸਰੂਪ ਜਿਹੜਾ ਇਹ ਬਦਲਿਆ ਨਹੀਂ। ਤੁਸੀਂ ਗੁਰੂ ਅੱਗੇ ਮੱਥਾ ਟੇਕਿਆ, ਗੁਰੂ ਦੇ ਅੱਗੇ ਅੱਜ ਮੱਥਾ ਟੇਕਦੇ ਹੋ। ਤੇ ਅਸੀਂ ਤੁਹਾਨੂੰ ਵਚਨ ਦਿੰਦੇ ਹਾਂ ਕਿ ਅਸੀਂ ਉਸ ਗੁਰੂ ਦੇ ਹੋ ਕੇ ਰਹਾਂਗੇ, ਰਾਜਨੀਤੀ ਵੱਲ ਨਹੀਂ ਦੇਖਾਂਗੇ, ਧਰਮ ਦੀ ਸੇਵਾ ਕਰਾਂਗੇ। ਜਿਸ ਧਰਮ ਲਈ ਤੁਸੀਂ ਆਪਣੀ ਸ਼ਹਾਦਤ ਦਿੱਤੀ, ਕੁਰਬਾਨੀ ਦਿੱਤੀ ਆ, ਉਹ ਧਰਮ ਲਈ ਅੱਜ ਸਾਡੀ ਸਪੋਰਟ ਤੇ ਆਓ। ਤੇ ਅਸੀਂ ਇਹ ਜਿਹੜੀ ਪ੍ਰਬੰਧਕ ਕਮੇਟੀ ਆ, ਅਕਾਲ ਤਖਤ ਆ, ਇਹ ਅਕਾਲ ਤਖਤ ਤੇ ਉਹਦਾ ਜਿਹੜੀ ਇੱਕ ਸ਼ਾਨਾਮਤਾ ਇਤਿਹਾਸ ਆ, ਉਹਨੂੰ ਬਾਦਲ ਪਰਿਵਾਰ ਦਾ ਪਲੇਟਫਾਰਮ ਨਾ ਬਣ ਦੇਈਏ। ਤੋ ਜੇ ਸਾਨੂੰ ਸਫਲਤਾ ਮਿਲ ਰਹੀ ਹੈ, ਸਾਨੂੰ ਆਮ ਆਦਮੀ ਪਾਰਟੀ ਦੀ ਵੋਟ ਵੀ ਮਿਲ ਰਹੀ ਹੈ, ਸਾਨੂੰ ਕਾਂਗਰਸ ਦੇ ਵੀ ਸਿੱਖ ਵੋਟ ਪਾ ਰਹੇ ਆ, ਸਾਨੂੰ ਬਸਪਾ ਦੇ ਵੀ ਪਾ ਰਹੇ ਆ, ਸਾਨੂੰ ਕਾਮਰੇਡ ਵੀ ਪਾ ਰਹੇ ਆ, ਸਾਨੂੰ ਅਕਾਲੀ ਵੀ ਪਾ ਰਹੇ ਆ। ਇੱਕ ਅੱਗੋਂ ਆਉਣ ਵਾਲਾ ਏਜੰਡਾ ਜਿਹੜਾ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਕਿਵੇਂ ਦੇਣੀ ਆ, ਜਿਹੜੀਆਂ ਲੋੜਵੰਦ ਬੀਬੀਆਂ ਉਹਨਾਂ ਨੂੰ ਕਿਵੇਂ ਉਹਨਾਂ ਦਾ ਭਲਾ ਕਰਨਾ, ਹਸਪਤਾਲਾਂ ਦਾ ਵਿੱਚ ਇਲਾਜ ਜਿਹੜਾ ਫ੍ਰੀ ਹੋਵੇ ਸਿੱਖ ਦਾ, ਉਹ ਵੀ, ਜਾਂ ਗੁਰੂ ਨਾਨਕ ਨਾਮ ਲੇਵਾ ਦਾ ਉਹ ਕਿਵੇਂ ਕਰਨਾ, ਅਸੀਂ ਉਹ ਪ੍ਰੋਗਰਾਮ ਦੇ ਰਹੇ ਹਾਂ, ਨਾ ਕਿ ਅਸੀਂ ਕੋਈ ਰਾਜਸੀ। ਜਿਹੜੀ ਗੱਲ ਹੈਗੀ ਆ ਤੁਸੀਂ ਦੱਸੀ ਸਪੋਰਟ ਕਰਨ ਵਾਲੀ ਨਾ ਕਰਨ ਵਾਲੀ, ਅੱਜ ਇੱਕ ਹਲਕਾ ਆ, ਉੱਥੋਂ ਕੋਈ ਸਾਨੂੰ ਆਮ ਆਦਮੀ ਪਾਰਟੀ ਦਾ ਜਿਹੜਾ ਲੀਡਰ ਆ ਉਹ ਸਪੋਰਟ ਕਰ ਰਿਹਾ ਸਾਡੇ ਬੰਦੇ ਨੂੰ। ਸਾਡੇ ਮੈਂਬਰ ਨੂੰ ਪਤਾ ਹੈ ਕਿ ਮੇਰੀ ਸਪੋਰਟ ਇਹ ਸਾਰੇ ਸਿੱਖ ਮਿਲ ਕੇ ਕਰ ਰਹੇ ਨੇ ਦੀ ਗਿਣਤੀ। ਉਹ ਕੱਲ ਨੂੰ ਜਦੋਂ ਉਹ ਕਹਿਣਗੇ ਕਿ ਸਾਡੀ ਸਪੋਰਟ ਕਰੋ ਤਾਂ ਸਾਡਾ ਬੰਦਾ ਆਪੇ ਕਰੂਗਾ ਉਹਦੀ। ਇੱਕ ਜਗ੍ਹਾ ਤੋਂ ਪਰ ਇੱਥੇ ਇੱਕ ਗੱਲ ਸਪਸ਼ਟ ਕਰਨਾ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਆਮ ਆਦਮੀ ਪਾਰਟੀ ਦੀ ਮਿਸਾਲ ਦਿੱਤੀ ਹੈ ਕਿ ਉਹ ਅਗਰ ਤੁਹਾਡੀ ਸ਼੍ਰੋਮਣੀ ਕਮੇਟੀ ਦੀ ਸਿਆਸਤ ਦੇ ਵਿੱਚ ਸਪੋਰਟ ਕਰ ਰਿਹਾ ਤਾਂ ਤੁਸੀਂ ਵੀ ਉਹਦੀ ਸਪੋਰਟ ਕਰੋਗੇ। ਤੁਸੀਂ ਕਿਹਾ ਕਿ ਕਾਂਗਰਸ ਦੇ ਵੀ ਬਹੁਤ ਸਾਰੇ ਜਿਹੜੇ ਨੇ ਸਿੱਖ ਨੇ, ਜਿਹੜੇ ਨਿਰੋਲ ਸਿੱਖ ਨੇ, ਤੁਹਾਡੀ ਸ਼੍ਰੋਮਣੀ ਕਮੇਟੀ 'ਚ ਮਦਦ ਕਰਨ ਨੂੰ ਤਿਆਰ ਨੇ, ਤੁਹਾਡੇ ਨਾਲ ਖੜੇ ਨੇ, ਤੁਹਾਡੀ ਵਿਚਾਰਧਾਰਾ ਮਿਲਦੀ ਹੈ, ਤਾਂ ਕੀ ਉਹਦੇ ਬਦਲੇ 'ਚ ਤੁਸੀਂ ਕਾਂਗਰਸ ਦੀ ਇਲੈਕਸ਼ਨ ਸਪੋਰਟ ਕਰੋਗੇ? ਨਹੀਂ, ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ, ਇਦਾਂ ਨਹੀਂ। ਫਿਰ ਫਰਜ਼ ਕਰ ਲਓ, ਜਿਹੜਾ ਤੁਸੀਂ ਮੇਰੇ ਕੈਂਡੀਡੇਟ ਹੋ ਪੰਥਕ ਅਕਾਲੀ ਲਹਿਰ ਦੇ, ਤੁਹਾਨੂੰ ਪਤਾ ਹੈ ਤੁਹਾਡੀ ਹੈਲਪ ਕਿਹਨੇ ਕੀਤੀ ਹੈ। ਜੇ ਬਹੁਤਾਤ ਬਸਪਾ ਵੋਟਰਾਂ ਨੇ ਤੁਹਾਡੀ ਕੀਤੀ ਆ, ਤੇ ਜਿਹੜੇ ਵੋਟਰਾਂ ਨੇ ਤੁਹਾਡੀ ਹੈਲਪ ਕੀਤੀ ਆ, ਤੁਸੀਂ ਉਹਨਾਂ 'ਚ ਕੋਈ ਕੈਂਡੀਡੇਟ ਖਲੋਂਦਾ ਤੁਸੀਂ ਉਹਦੀ ਕਰ ਸਕਦੇ ਹੋ। ਜੇ ਆਮ ਆਦਮੀ ਦੇ ਵਰਕਰਾਂ ਨੇ ਕੀਤੀ ਆ, ਉਹਨਾਂ 'ਚੋਂ ਕੋਈ ਖਲੋਂਦਾ ਤੁਸੀਂ ਕਰ ਸਕਦੇ ਹੋ। ਜੇ ਕਾਂਗਰਸ ਦਾ ਤੇ ਜਾਂ ਅਕਾਲੀ ਆ ਤੇ ਉਹਨਾਂ 'ਚੋਂ ਕਰਦਾ ਉਹਨਾਂ ਦਾ ਕਰ ਸਕਦੇ ਹੋ। ਉਹ ਤੁਹਾਡੀ ਨਿੱਜੀ ਜ਼ਿੰਦਗੀ ਆ, ਲੇਕਿਨ ਧਰਮ ਦਾ ਜਿਹੜਾ ਆਧਾਰ ਆ, ਧਰਮ ਦਾ ਜਿਹੜਾ ਬੇਸ, ਅਕਾਲੀ ਲਹਿਰ ਨਹੀਂ ਸਿਆਸੀ ਤੌਰ ਤੇ ਨਹੀਂ ਲੜੋਗੇ। ਵਰਕਰ ਜਿਹੜਾ ਹੈਗਾ ਉਹ ਆਜ਼ਾਦ ਹੋਏਗਾ, ਔਰ ਨਾ ਅਸੀਂ ਇਸ ਤਰ੍ਹਾਂ ਡਿਕਲੇਅਰ ਕਰਕੇ ਕਿਸੇ ਨੂੰ ਸਪੋਰਟ ਕਰਾਂਗੇ ਕਿ ਤੇਰੀ ਕਰ ਰਹੇ, ਇਹ ਨਹੀਂ ਹੋਊਗਾ। ਆਖਰੀ ਸਵਾਲ ਜਾਂਦੇ ਜਾਂਦੇ ਮੈਂ ਤੁਹਾਨੂੰ, ਜੋ ਹੁਣ ਪੰਜਾਬ ਦੇ ਵਿੱਚ ਫੜੋ ਫੜੀਆਂ ਹੋ ਰਹੀਆਂ ਨੇ ਦੁਬਾਰਾ ਨੌਜਵਾਨਾਂ ਦੀ ਸ਼ੁਰੂ ਹੋਈਆਂ ਨੇ, ਹਾਲਾਂਕਿ ਟਾਰਗੇਟਿੰਗ ਕਿਲਿੰਗ ਕਰਕੇ ਪਿਛਲੀ ਸਰਕਾਰ ਵੇਲੇ ਹੋ ਗਈਆਂ ਸਨ, ਉਹਨਾਂ ਦੇ ਜੋ ਕੇਸ ਨੇ, ਤੁਹਾਡਾ ਕੇਸ ਵੀ ਜਿਹੜਾ ਨਿੱਜੀ ਕੇਸ ਸੀ ਤੁਹਾਡਾ, ਭਾਵੇਂ ਪੰਥ ਵਾਸਤੇ ਤੁਸੀਂ ਜਿਹੜਾ ਇਨਵੋਲਵ ਹੋਏ ਹੋ ਜਾਂ ਜੋ ਸਾਬਤ ਹੋਇਆ ਬਾਅਦ 'ਚ, ਉਹ ਵੀ ਵਕੀਲਾਂ ਨੇ ਲੜਿਆ ਸੀ, ਪੰਥ ਦੇ ਹਿੱਤ ਵਿੱਚ ਜਾਂਦੇ ਹੋਏ ਲੜਿਆ ਗਿਆ ਸੀ। ਕੁਝ ਸਿਆਸੀ ਲੀਡਰ ਸੀ ਨਾਲ, ਬਰਨਾਲਾ ਸਾਹਿਬ ਦੀ ਗੱਲ ਜਿਵੇਂ ਚੱਲਦੀ ਆ, ਹੋਰ ਚੱਲਦੀ ਨਾ
ਇਹ ਵੀ ਸਪਸ਼ਟ ਕਰ ਦਿਓ। ਨਾ, ਮੈਂ ਕਿ ਸੁਰਜੀਤ ਸਿੰਘ ਬਰਨਾਲਾ ਤੁਹਾਨੂੰ ਕਾਰ 'ਚ ਬਿਠਾ ਕੇ ਆਤਮ ਸਮਰਪਣ ਕਰਾਉਣ ਲੈ ਕੇ ਗਏ ਸੀ। ਇਹ ਮੈਨੂੰ ਪਤਾ ਨਹੀਂ ਇਹ ਕਿਹੜੀ ਕਾਲੀ ਜ਼ਬਾਨ ਚੋਂ ਸ਼ਬਦ ਨਿਕਲਿਆ। ਇਹ ਸੱਚਾਈ ਨਹੀਂ ਹੈ। ਮੈਂ ਅੱਜ ਦੀ ਤਰੀਕ 'ਚ ਇਸ ਟਾਈਮ ਕਹਿ ਸਕਦਾ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਰੱਖ ਕੇ ਕਿ ਮੈਂ ਅੱਜ ਤੱਕ ਬਰਨਾਲੇ ਦੀ ਕਾਰ 'ਚ ਨਹੀਂ ਬੈਠਾ ਕਦੀ। ਪਰ ਸੁਰਜੀਤ ਸਿੰਘ ਬਰਨਾਲਾ ਦਾ ਕਿਸੇ ਤਰ੍ਹਾਂ ਦਾ ਕੋਈ ਰੋਲ ਰਿਹਾ ਹੋਵੇ ਤੁਹਾਡੇ ਆਪ? ਮੈਂ ਕਹਿ ਰਿਹਾ, ਜੇ ਮੈਂ ਤੁਹਾਨੂੰ ਕਹਿ ਰਿਹਾ ਕਿ ਬਰਨਾਲਾ ਦਿੱਲੀ ਛੱਡ ਕੇ ਆਇਆ, ਮੈਂ ਕਹਿ ਰਿਹਾ ਬਰਨਾਲੇ ਦੇ ਨਾਲ ਮੈਂ ਅੱਜ ਤੱਕ ਨਹੀਂ ਬੈਠਾ ਕਦੀ ਗੱਡੀ 'ਚ, ਬਰਨਾਲੇ ਦੀ ਕਾਰ 'ਚ, ਜਾਂ ਬਰਨਾਲਾ ਨਾ ਹੋਵੇ ਉਹਦੀ ਕਾਰ 'ਚ, ਜਾਂ ਬਰਨਾਲੇ ਨੇ ਮੈਸੇਜ ਭੇਜ ਦਿੱਤਾ ਹੋਵੇ ਵੀ ਉੱਥੇ ਛੱਡੋ, ਇਦਾਂ ਅੱਜ ਤੱਕ ਕੋਈ ਗੱਲ ਹੋਵੇ ਤੇ ਮੈਂ ਗੁਰੂ ਗ੍ਰੰਥ ਸਾਹਿਬ ਸਿਰ ਤੇ ਰੱਖ ਕੇ ਕਹਿ ਸਕਦਾ। ਦੂਸਰੀ ਗੱਲ ਕੀਤੀ ਤੁਸੀਂ ਵਕੀਲ ਦੀ, ਇੱਕ ਹਿਸਟਰੀ ਆ। ਮੈਨੂੰ ਜੇਲ੍ਹ 'ਚ ਮੈਂ 4 ਸਾਲ ਵੇਟ ਕੀਤੀ ਆ, ਸੁਪਰੀਮ ਕੋਰਟ ਦੇ ਵਿੱਚ ਇਹ ਰਿਟ ਲਾਈ ਕਿ ਮੈਨੂੰ ਜੇਲ੍ਹ 'ਚ ਰੱਖ ਕੇ ਕੇਸ ਚਲਾਇਆ ਜਾ ਰਿਹਾ। ਮੈਂ ਗਰੀਬ ਸਿੱਖ ਹਾਂ, ਮੈਂ 100% ਵਕੀਲ ਨੂੰ ਜ਼ਿਆਦਾ ਪੈਸੇ ਨਹੀਂ ਦੇ ਸਕਦਾ। ਜਾਂ ਤੇ ਮੇਰਾ ਕੇਸ ਓਪਨ ਕਰੋ ਤੇ ਨਹੀਂ ਤੇ ਮੈਨੂੰ ਫਾਇਲ ਲਾ ਦਿਓ, ਮੈਂ ਕੋਈ ਵਕੀਲ ਨਹੀਂ ਕਰ ਸਕਦਾ, ਮੇਰਾ ਬਾਈਕਾਟ ਹੈ। ਤਾਂ ਸੁਪਰੀਮ ਕੋਰਟ ਨੇ 4 ਸਾਲ ਲਾਏ ਫੈਸਲਾ ਦਿੰਦਿਆਂ, ਤੇ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਮੇਰੇ ਵਕੀਲਾਂ ਨੂੰ, ਵਕੀਲ ਮੇਰੀ ਮਰਜ਼ੀ ਦੇ ਪੈਸੇ ਦੀ ਪੇਮੈਂਟ ਗਵਰਨਮੈਂਟ ਤੋਂ ਕਰਵਾਈ ਸੁਪਰੀਮ ਕੋਰਟ ਨੇ। ਜਥੇਦਾਰ ਸਾਹਿਬ, ਇਸੇ ਨਾਲ ਜੁੜਦੀ ਇੱਕ ਗੱਲ ਜ਼ਰੂਰ ਹਾਲੇ ਆਪਾਂ ਮੈਨੂੰ ਫਿਰ, ਕਿਉਂਕਿ ਤੁਹਾਡੇ ਨਾਲ ਕਾਫੀ ਲੰਬੇ ਸਮੇਂ ਤੋਂ ਵਿਚਰਦੇ ਹੋਣ ਕਰਕੇ ਤੁਹਾਡੀ ਵਿਚਾਰਧਾਰਾ ਜਾਂ ਹੋਰ ਚੀਜ਼ਾਂ ਕਾਫੀ ਖਬਰ ਰਹਿੰਦੀ ਹੈ ਇਸ ਗੱਲ ਦੀ। ਮੌਜੂਦਾ ਸਮੇਂ ਜਗਤਾਰ ਸਿੰਘ ਹਵਾਰਾ ਨੇ, ਜਗਤਾਰ ਸਿੰਘ ਤਾਰਾ ਨੇ, ਬਿਆਨ ਸਿੰਘ ਹੱਤਿਆ ਕੇਸ ਵਾਲੇ ਸਿੰਘ ਨੇ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਤਾਂ ਉਮਰ ਜਿਨ੍ਹਾਂ ਨੂੰ ਕੈਦਾਂ ਹੋਈਆਂ ਨੇ। ਤੁਸੀਂ ਕੀ ਸਮਝਦੇ ਹੋ ਕਿ ਜਿਸ ਤਰੀਕੇ ਨਾਲ ਤੁਹਾਡੇ ਉੱਤੇ ਕੇਸ ਪਿਆ ਕਿ ਨਿਰੰਕਾਰੀ ਮੁਖੀ ਨੂੰ ਸੋਧਾ ਲਾਇਆ, ਇਹਨਾਂ ਉੱਤੇ ਵੀ ਉਸੇ ਤਰ੍ਹਾਂ ਦਾ ਲਗਭਗ ਕੇਸ ਹੈ। ਉਸ ਵਕਤ ਦੇ ਇੱਕ ਮੁੱਖ ਮੰਤਰੀ ਨੂੰ ਇਹਨਾਂ ਨੇ ਸਿੱਖ ਫਲਸਫੇ ਮੁਤਾਬਕ ਕਹਿ ਲਓ ਜਾਂ ਸਿੱਖ ਸੰਘਰਸ਼ ਦੀ ਜੋ ਰਵਾਇਤ ਰਹੀ ਆ ਉਸ ਮੁਤਾਬਕ ਸੋਧਾ ਲਾਇਆ ਬਿਆਨ ਸਿੰਘ ਮੁੱਖ ਮੰਤਰੀ ਨੂੰ। ਇਹਨਾਂ ਨੇ ਕਹਿਤਾ ਕਿ ਅਸੀਂ ਕੇਸ ਨਹੀਂ ਲੜਦੇ, ਅਸੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਹਵਾਰਾ ਨੂੰ ਛੱਡ ਕੇ ਤਾਰਾ, ਭਿਓਰਾ ਤੇ ਕੁਝ ਹੋਰ ਸਿੰਘ ਨੇ। ਪਰ ਤੁਸੀਂ ਬਕਾਇਦਾ ਕੇਸ ਲੜ ਕੇ ਨਿਕਲ ਕੇ ਆਏ ਹੋ। ਕਿ ਇਸ ਤਰ੍ਹਾਂ ਦੀ ਕੂਟਨੀਤੀ, ਇਸ ਤਰ੍ਹਾਂ ਦੀ ਡਿਪਲੋਮੈਸੀ ਇਹਨਾਂ ਸਿੰਘਾਂ ਨੂੰ ਵੀ ਵਰਤਣੀ ਚਾਹੀਦੀ ਹੈ ਕਿ ਕਿਉਂਕਿ ਰਹਿਣਾ ਇਸ ਸੰਵਿਧਾਨ 'ਚ ਹੈ, ਇਸ ਸੰਵਿਧਾਨ ਮੁਤਾਬਕ ਬੜੀਆਂ ਜੇਲ੍ਹਾਂ 'ਚ ਰਹਿਣਾ, ਇਸ ਸੰਵਿਧਾਨ ਦੇ ਤਹਿਤ ਅਦਾਲਤਾਂ ਦੇ ਫੈਸਲਿਆਂ ਤਹਿਤ ਜੇਲ੍ਹਾਂ 'ਚ ਰਹਿਣਾ, ਬਜਾਏ ਇਸ ਲਕੀਰ ਨੂੰ ਮਾਰਨ ਦੇ ਕਿ ਅਸੀਂ ਭਾਰਤੀ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਕੋਈ ਵਕੀਲ ਦਲੀਲ ਨਹੀਂ ਕਰਨੀ, ਇਸ ਦੀ ਬਜਾਏ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜਿੰਦਾ ਸੁੱਖਾ ਦੇ ਵੀ ਕੇਸ ਹੋਏ ਨੇ, ਬਹੁਤ ਨੁਕਸਾਨ ਹੋਇਆ। ਉਸ ਟਾਈਮ ਤੇ ਵੀ ਮੈਂ ਨਹੀਂ, ਚੀਫ ਜਸਟਿਸ ਆਫ ਇੰਡੀਆ ਨੇ ਅਹਿਮਦੀਆ ਹੁੰਦੇ ਸੀ ਉਦੋਂ ਉਹਨਾਂ ਨੇ ਵੀ ਜਿਹੜੇ ਸਿੱਖ ਗਏ ਸੀਗੇ ਫਾਂਸੀ ਦੇ ਕੇਸ ਨੂੰ ਰੁਕਾਉਣ ਲਈ, ਤੇ ਉਹਨੇ ਵੀ ਕਿਹਾ ਸੀ ਕਿ ਤੁਸੀਂ ਅੱਜ ਤੁਹਾਡੀ ਅੱਖ ਖੁੱਲੀ ਹੈ, ਤੁਸੀਂ ਅੱਜ ਆਏ ਹੋ। ਜਿੱਦਣ ਇਹ ਫੜੇ ਗਏ ਤੁਸੀਂ ਇਹਨਾਂ ਨੂੰ ਵਕੀਲ ਦਿੱਤਾ ਵੀ ਇਹ ਉੱਥੇ ਉਹਨਾਂ ਨੂੰ ਸਮਝਾ ਕੇ ਆਓ ਕਿ ਤੁਸੀਂ ਲਾਅ ਅਨੁਸਾਰ ਨੁਕਸਾਨ ਨਾ ਕਰੋ ਆਪਣਾ, ਇਸ ਤਰੀਕੇ ਚੱਲਿਓ ਜੀ। ਤੁਸੀਂ ਉਹਦੇ ਬਾਅਦ ਸੈਸ਼ਨ ਕੋਰਟ 'ਚ ਜਦੋਂ ਸ਼ੁਰੂ ਹੋਇਆ ਕੇਸ, ਉਸ ਸਮੇਂ ਉਹਨਾਂ ਨੂੰ ਸਮਝਾਇਆ। ਪਰ ਅੱਜ ਤੁਸੀਂ ਸਾਰਾ ਕੁਝ ਜਦੋਂ ਸਿਰ ਤੋਂ ਪਾਣੀ ਨਿਕਲ ਗਿਆ, ਅੱਜ ਤੁਸੀਂ ਇੱਥੇ ਮਗਰਮੱਛ ਦੇ ਅਸੂ ਬਹਾ ਰਹੇ ਹੋ। ਤੋ ਸਾਡੀ ਕੌਮ ਦੇ ਲੀਡਰਾਂ ਨੇ ਇੱਕ ਤਮਾਸ਼ਾ ਜਿਹਾ ਸਮਝਿਆ ਇਹਨਾਂ ਗੱਲਾਂ ਨੂੰ। ਤੇ ਮੈਂ ਮੇਰੇ ਨਾਲ ਜਿਹੜੀ ਮੇਰੀ ਜ਼ਿੰਦਗੀ ਹੈ, ਮੈਂ ਤੇ ਉਹਦਾ ਫੈਸਲਾ ਕਰ ਸਕਦਾ, ਦੂਸਰੇ ਦਾ ਨਹੀਂ ਕਰ ਸਕਦਾ। ਲੇਕਿਨ ਮੈਂ ਤੇ ਇਸ ਹੱਕ 'ਚ ਹਾਂ ਕਿ ਇਹ ਜਿਹੜੀ ਅਦਾਲਤ ਹੈ ਇੱਕ ਲੜਾਈ ਆ, ਉਸ ਨੂੰ ਲੜਾਈ ਦੀ ਤਰ੍ਹਾਂ ਲੜੋ, ਉਸ ਨੂੰ ਲੜਾਈ ਦੀ ਤਰ੍ਹਾਂ ਆਪਣਾ ਬਚਾਅ ਵੀ ਕਰਨਾ, ਅਗਲੇ ਦੇ ਵਾਰ ਵੀ ਕਰਨਾ, ਅਸੀਂ ਫੇਸ ਕਰਨਾ ਉਹਨੂੰ। ਲੜਾਈ ਐਵੇਂ ਹੱਥ ਖੜੇ ਕਰਕੇ ਤੇ ਤੁਸੀਂ ਕਹੋ ਜੀ ਕਰ ਦਿਓ ਜੋ ਕਰਨਾ, ਇਹ ਨਹੀਂ। ਅਸੀਂ ਮੈਂ ਸੁਪਰੀਮ ਕੋਰਟ ਦੇ ਵਿੱਚ ਮੈਂ 4 ਸਾਲ ਵੇਟ ਕੀਤੀ ਜੇਲ੍ਹ 'ਚ ਬਹਿ ਕੇ, ਤੇ ਤਰੀਕਾਂ ਪੈਂਦੀਆਂ ਰਹੀਆਂ, ਤੇ ਇਸ ਕਰਕੇ ਵੇਟ ਕੀਤੀ ਕਿ ਕਰੋ ਕੀ ਕਰਦੇ ਹੋ। ਮੇਰੇ ਕੋਲ ਪੈਸਾ ਹੈ ਨਹੀਂ, ਮੇਰਾ ਵਕੀਲ ਇੱਥੇ ਆਉਣ ਨੂੰ ਤਿਆਰ ਨਹੀਂ ਜੇਲ੍ਹ 'ਚ। ਓਪਨ ਕੋਰਟ 'ਚ ਕੇਸ ਚਲਾਓ, ਓਪਨ ਕੋਰਟ ਪਬਲਿਕ ਪ੍ਰੈਸ ਦੇ ਸਾਹਮਣੇ, ਤੇ ਮੈਂ ਆਪਣਾ ਵਕੀਲ ਕਰੂੰਗਾ। ਲੇਕਿਨ ਜੇ ਤੁਸੀਂ ਮੈਨੂੰ ਉੱਥੇ ਨਹੀਂ ਲਿਜਾਂਦੇ ਤੇ ਮੈਂ ਤੁਹਾਡੀ ਅਦਾਲਤੀ ਕਾਰਵਾਈ ਦਾ ਬਾਈਕਾਟ ਕਰਦਾ ਜੀ। ਉਹਦੇ ਤੇ ਸੁਪਰੀਮ ਕੋਰਟ ਨੇ ਫਿਰ ਉਹਨਾਂ ਨੂੰ CBI ਨੂੰ ਕਿਹਾ ਕਿ ਇਹਦੇ ਪੈਸੇ ਦੇ ਰਹੀ ਹੈ ਸਰਕਾਰ, ਜਾਂ ਬਾਹਰ ਕਰੀਏ ਕੇਸ। ਉਹਨਾਂ ਨੇ ਕਿਹਾ ਜੀ ਅਸੀਂ ਪੈਸੇ ਦੇ ਦੇਵਾਂਗੇ। ਦੇਖੋ ਜਥੇਦਾਰ ਜੀ, ਅਸੀਂ ਗੱਲ ਖਾਲਿਸਤਾਨ ਦੀ ਗੱਲ ਤੋਂ ਸ਼ੁਰੂ ਕੀਤੀ ਸੀ, ਤੇ ਇਹ ਵੀ ਇੱਕ ਵਿਊ ਪੁਆਇੰਟ ਆਉਂਦਾ ਹੈ ਕਿ
ਜੋ ਸਿੰਘ ਅੰਦਰ ਬੈਠੇ ਨੇ, ਜੋ ਕੇਸ ਨਹੀਂ ਲੜਦੇ, ਜੋ ਕਹਿ ਰਹੇ ਨੇ ਭਾਰਤੀ ਸੰਵਿਧਾਨ ਦੇ ਉੱਤੇ ਉਹਨਾਂ ਦਾ ਵਿਸ਼ਵਾਸ ਨਹੀਂ ਹੈ, ਉਹ ਕਿਤੇ ਨਾ ਕਿਤੇ ਇੱਕ ਇਸ ਧਾਰਨਾ ਦੇ ਵੀ ਜਿਹੜਾ ਹੈਗਾ ਉਹ ਹਮਾਇਤੀ ਨੇ ਜਾਂ ਇਸ 'ਚ ਵਿਸ਼ਵਾਸ ਰੱਖਦੇ ਨੇ ਕਿ ਕਿਤੇ ਨਾ ਕਿਤੇ ਖਾਲਿਸਤਾਨ ਮਿਲੂਗਾ ਤੇ ਅਸੀਂ ਉਦੋਂ ਆਜ਼ਾਦ ਹੋਵਾਂਗੇ। ਨਹੀਂ, ਇਹ ਘਰ ਹੈ ਨਾ। ਦੂਜਾ ਪਹਿਲੂ ਇੱਕ ਤੇ ਕੁਝ ਲੋਕਾਂ ਨੇ ਮਿਸਗਾਈਡ ਕੀਤਾ ਇਹ ਨੌਜਵਾਨਾਂ ਨੂੰ, ਉਹ ਅੱਜ ਲੱਭਦੇ ਨਹੀਂ ਗਏ, ਮੈਨੂੰ ਜਾਣਦਾ ਮੈਂ ਚੰਗੀ ਤਰ੍ਹਾਂ ਜੀ। ਲੇਕਿਨ ਮੈਨੂੰ ਇਹ ਦੁੱਖ ਆ ਕਿ ਜਿਨ੍ਹਾਂ ਬੰਦਿਆਂ ਨੇ ਮੂਵਮੈਂਟ ਨੂੰ ਇਹ ਰੰਗਤ ਦਿੱਤੀ ਉਹ ਬੰਦੇ ਪਿੱਛੇ ਨਹੀਂ ਆਏ, ਬੱਚੇ ਰੁਲ ਗਏ। ਜਿਹੜੇ ਜਵਾਨ ਬੱਚੇ ਗਏ ਸੀ ਅੱਜ ਬੁੱਢੇ ਹੋ ਗਏ। ਬਿਲਕੁਲ। ਅੱਜ ਉਹਨਾਂ ਦੀਆਂ ਮਾਵਾਂ ਧੱਕੇ ਖਾਂਦੀਆਂ ਕੋਰਟਾਂ 'ਚ ਤੇ ਕਚਹਿਰੀਆਂ 'ਚ ਤੇ ਮੁਲਾਕਾਤਾਂ ਤੇ। ਅੱਜ ਉਹਨਾਂ ਦੀਆਂ ਜ਼ਮੀਨਾਂ ਵਿਕੀਆਂ। ਦਇਆ ਸਿੰਘ ਲਾਹੌਰੀਆ ਜਿਹੜਾ, ਇਹਨੂੰ 30 ਸਾਲ ਹੋਣ ਵਾਲੇ ਆ ਤੇ ਮਰਡਰ ਕੇਸ ਦਾ ਤੇ ਇਲਜ਼ਾਮ ਹੀ ਹੈ ਨਹੀਂ ਕੋਈ। ਬਿਲਕੁਲ। ਤੁਸੀਂ ਦੇਖੋ ਕਿੱਡਾ ਕੁ ਵੱਡਾ ਗੁਨਾਹ ਹੋਊਗਾ। ਫਿਰ ਇਹ ਇੰਨੀ ਸਹੂਲਤ ਨਹੀਂ ਕਿ ਦਿੱਲੀ ਦੀ ਜੇਲ੍ਹ 'ਚ ਸਜ਼ਾ ਕੱਟ ਰਿਹਾ ਤੇ ਉਹਨੂੰ ਪੰਜਾਬ ਜੇਲ੍ਹ ਸ਼ਿਫਟ ਕਰ ਦਿੱਤਾ, ਜਿਹਨੂੰ ਜਿੱਥੇ ਰੂਲਿੰਗ ਹੈ ਸੁਪਰੀਮ ਕੋਰਟ ਦੀ ਕਿ ਆਪਣੀ ਸਟੇਟ 'ਚ ਜਾ ਸਕਦਾ ਹੈ, ਆਪਣੇ ਮਾਂ ਪਿਓ ਦੀ ਦੇਖ ਰਹੇ ਲਈ ਉਹਨੂੰ 1 ਮਹੀਨਾ ਛੁੱਟੀ ਮਿਲ ਸਕਦੀ ਹੈ, ਪਰ ਨਹੀਂ ਮਿਲ ਰਹੀ। ਤਾਂ ਉਹਦੇ ਲਈ ਭਾਵੇਂ ਸਰਕਾਰ ਸਾਡੀ ਵਿਰੋਧੀ ਹੋਵੇ, ਭਾਵੇਂ ਸਾਡੇ ਹੱਕ 'ਚ ਹੋਵੇ, ਜਿਹੜੀ ਸਟੇਟ ਸਰਕਾਰ ਆ ਉਹਨੂੰ ਇਹ ਪੇਨ ਲੈਣੀ ਚਾਹੀਦੀ ਆ ਕਿ ਸਾਡੀ ਸਟੇਟ ਦੇ ਬੱਚੇ ਆ, ਸਾਡੀ ਸਟੇਟ ਦੇ ਨਾਗਰਿਕ ਆ, ਇਹ ਤੁਸੀਂ ਹੱਦੋਂ ਵੱਧ ਇਹਨਾਂ ਤੇ ਜ਼ੁਲਮ ਕਰੋ ਤੇ ਉਹ ਠੀਕ ਨਹੀਂ ਹੋਊਗਾ ਜੀ। ਵੀ ਤੁਸੀਂ ਹਿੰਦੁਸਤਾਨ ਦੀ ਕਿਸੇ ਵੀ ਜੇਲ੍ਹ 'ਚ 30 ਸਾਲ ਪੁਰਾਣਾ ਬੰਦਾ ਸਾਨੂੰ ਦਿਖਾ ਦਿਓ ਕੋਈ, ਸਵਾਏ ਇਹਨਾਂ ਕੈਦੀਆਂ ਦੇ। ਤਾਂ ਫਿਰ ਇਹ ਤੁਸੀਂ ਇੱਕ ਬੱਚੇ ਨੂੰ ਯੂਪੀ ਪੁਲਿਸ ਚੁੱਕਦੀ ਆ, ਕਾਊਂਟਰ ਕਰਕੇ ਮਾਰ ਦਿੰਦੀ ਆ। ਉਹਦੇ ਮਾਪੇ ਜਿਹੜੇ ਆ, ਲੁਧਿਆਣੇ ਵਾਲਾ ਹਰਜੀਤ ਸਿੰਘ, ਨਹੀਂ ਉਹਦੇ ਮਾਪੇ ਜਿਹੜੇ ਆ ਗਰੀਬ ਹੋਣ ਦੇ ਨਾਤੇ ਵੀ ਛੱਲੀ ਪੂਣੀ ਵੇਚ ਕੇ ਹਾਈ ਕੋਰਟ 'ਚ ਗੁਹਾਰ ਕਰਦੇ ਆ। ਹਾਈ ਕੋਰਟ ਸੁਪਰੀਮ ਕੋਰਟ ਨੂੰ CBI ਨੂੰ ਕੇਸ ਦਿੰਦਾ, ਤਾਂ CBI ਨੇ ਉਹਨਾਂ ਨੂੰ ਸਜ਼ਾ ਦਵਾਈ। 4 ਮਹੀਨੇ ਉਹਨਾਂ ਸਜ਼ਾ ਨਹੀਂ ਕੱਟੀ ਸੰਗਰੂਰ ਦੀ ਜੇਲ੍ਹ 'ਚ। ਤਾਂ ਸੁਖਬੀਰ ਬਾਦਲ ਨੇ ਆਪਣੀ ਪੋਜੀਸ਼ਨ ਵਰਤ ਕੇ ਡਿਪਟੀ CM ਦੀ ਉਹਨਾਂ ਨੂੰ ਰਿਲੀਜ਼ ਕਰਨ ਲਈ ਆਰਡਰ ਬਣਾਇਆ ਤੇ ਰਾਜਪਾਲ ਕੋਲੋਂ ਉਹਨਾਂ ਦੀ ਮਾਫੀ ਦਵਾਈ ਤੇ ਉਹ ਆਪਣੇ ਘਰ ਬੈਠੇ ਆ। 4 ਮਹੀਨੇ ਕੈਦ ਨਹੀਂ ਕੱਟੀ। ਫਿਰ ਇਹਨਾਂ ਦਾ ਲੈਟਰ ਜਿਹੜਾ ਹੈ ਇਹ ਸਿੱਖ ਬੱਚੇ ਲਈ ਕੰਮ ਕਿਉਂ ਨਹੀਂ ਆਉਂਦਾ ਜੀ? ਇਹ ਇਮਾਨਦਾਰੀ ਨਹੀਂ। ਦੇਖੋ ਕੋਈ ਕਿਤੇ ਨਾ ਕਿਤੇ ਕੋਈ ਗਲਤੀ ਕਰਦਾ ਹੈ ਤਾਂ ਜੇਲ੍ਹ 'ਚ ਜਾਂਦਾ, ਤੇ ਜਦੋਂ ਜੇਲ੍ਹ 'ਚ ਜਾਂਦਾ ਤੇ ਉੱਥੇ ਵੀ ਜੇਲ੍ਹ ਮੈਨੂਅਲ ਜਿਹੜਾ ਉਹਨੂੰ ਇਹ ਹਰ ਟਾਈਮ ਨਹੀਂ ਚਾਹੁੰਦਾ ਕਿ ਇਹਨੂੰ ਇੱਦਾਂ ਮਾਰ ਦਿਓ ਨੇ, ਇੱਦਾਂ ਮਾਰ ਦਿਓ ਨੇ। ਉਹਦੀਆਂ ਸਹੂਲਤਾਂ ਦਾ ਵੀ ਧਿਆਨ ਰੱਖਿਆ ਗਿਆ ਕਿ ਇਹਨੂੰ ਇਸ ਤਰ੍ਹਾਂ ਨਾ ਰੱਖੋ, ਤਨਹਾਈ 'ਚ ਪਾਗਲ ਹੋ ਸਕਦਾ, ਇਹਨੂੰ ਇਸ ਤਰ੍ਹਾਂ ਦੀ ਖੁਰਾਕ ਨਾ ਦਿਓ, ਇਹ ਹੋ ਸਕਦਾ, ਇਹਦੇ ਨਾਲ ਧੱਕਾ ਨਾ ਕਰੋ, ਇਹ ਫਾਹ ਲੈ ਸਕਦਾ। ਤਾਂ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦਾ ਧਿਆਨ ਰੱਖਣਾ ਸਰਕਾਰ ਦਾ ਕੰਮ ਹੈ, ਲੋਕਾਂ ਦਾ ਕੰਮ ਨਹੀਂ। ਤੋ ਕਿਤੇ ਨਾ ਕਿਤੇ ਸਰਕਾਰ ਨੇ ਵੀ ਸਾਡੇ ਤੋਂ ਮੂੰਹ ਮੋੜ ਕੇ ਸਾਨੂੰ ਜਿਹੜਾ ਸਾਡੇ ਨਾਲ ਸਲੂਕ ਕੀਤਾ ਉਹ ਦੁਸ਼ਮਣਾਂ ਵਾਲਾ ਕੀਤਾ। ਇਹ ਨਹੀਂ ਹੋਣਾ ਚਾਹੀਦਾ ਜੀ। ਬਿਲਕੁਲ। ਕਿਤੇ ਨਾ ਕਿਤੇ ਜੋ ਆਖਰੀ 'ਚ ਗੱਲ ਜਿਸ ਪਾਸੇ ਚਲੀ ਗਈ ਹੈ ਉਸ ਤੋਂ ਜ਼ਰੂਰ ਜੋ ਅੱਜ ਧਿਰਾਂ ਖਾਲਿਸਤਾਨ ਦੇ ਹੱਕ 'ਚ ਖੜੀਆਂ ਨਜ਼ਰ ਆ ਰਹੀਆਂ ਨੇ, ਕਿਤੇ ਨਾ ਕਿਤੇ ਇਹ ਜੋ ਹਾਲਾਤ ਨੇ, ਜਿਵੇਂ ਇੱਕ ਸਿੱਖ ਨੌਜਵਾਨ ਦਾ ਕੇਸ ਦਾ ਜ਼ਿਕਰ ਕੀਤਾ ਹੈ ਕਿ 4 ਪੁਲਿਸ ਮੁਲਾਜ਼ਮ ਸੀ ਜਿਹਦੇ 'ਚ 3 UP ਦੇ ਸੀ, 1 ਪੰਜਾਬ ਦਾ ਸੀ। ਉਸ ਨੂੰ ਬਾਅਦ 'ਚ ਜੋ ਰਾਜਪਾਲ ਦੀਆਂ ਤਾਕਤਾਂ ਹੁੰਦੀਆਂ ਨੇ ਕਿ ਉਹ ਮੁਆਫੀ ਦੇ ਸਕਦਾ ਤੇ ਉਹਦੇ ਤਹਿਤ ਮੁਆਫੀ ਦੇ ਕੇ ਬਾਹਰ ਕੱਢ ਦਿੱਤਾ ਗਿਆ। ਤੇ ਇੱਥੋਂ ਹੀ ਸ਼ਾਇਦ ਚਿਣਕ ਲੱਗਦੀ ਹੈ ਕਿ ਸੁਤੰਤਰਤਾ ਦੀ, ਆਜ਼ਾਦੀ ਦੀ ਜਾਂ ਵੱਖਰੇ ਭਾਰਤ ਦੀ। ਪਰ ਕੁੱਲ ਮਿਲਾ ਕੇ ਜੋ ਇੰਨੀ ਵੱਡੀ ਗੱਲ ਆਪਾਂ ਕਹਿ ਰਹੇ ਹਾਂ ਕਿ ਖਾਲਿਸਤਾਨ ਦੀ ਮੂਵਮੈਂਟ ਇਸ ਵਕਤ ਸਮੇਂ ਦੀ ਲੋੜ ਹੈ, ਉਸ ਨੂੰ ਇੰਨੀ ਵੀ ਸਹੀ ਇਸ ਰੂਪ 'ਚ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ, ਖਾਸ ਕਰ ਉਦੋਂ ਜਦੋਂ ਉਹਨਾਂ ਲੋਕਾਂ ਦੀ ਕੋਈ ਖੈਰ ਸੁੱਖ ਵੀ ਨਾ ਪੁੱਛ ਰਿਹਾ ਹੋਏ ਜਿਨ੍ਹਾਂ ਨੇ ਖਾਲਿਸਤਾਨ ਦਾ ਹਾਲੇ ਪਿਛਲਾ ਤਾਜ਼ਾ ਸੰਘਰਸ਼ ਆਪਣੇ ਕੰਡੇ ਦੇ ਉੱਤੇ ਤਾਜ਼ਾ ਹੰਢਾਇਆ, ਜਿਨ੍ਹਾਂ ਦੇ ਸਭ ਤੋਂ ਵੱਡੇ ਜਿਹੜੇ ਇੱਕ ਪਾਤਰ ਨੇ ਉਹ ਸਿੰਘ ਸਾਹਿਬ ਰਣਜੀਤ ਸਿੰਘ ਜਥੇਦਾਰ ਸਾਬਕਾ ਅਕਾਲ ਤਖਤ ਸਾਹਿਬ ਸਾਡੇ ਨਾਲ ਇਸ ਵਕਤ ਬਣੇ ਹੋਏ ਸਨ, ਜਿਨ੍ਹਾਂ ਨੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਖੁੱਲ੍ਹ ਕੇ ਆਪਣੀ ਰਾਏ ਰੱਖੀ ਹੈ। ਤੇ ਮੈਂ ਤੁਹਾਡੇ ਤੋਂ ਵਿਦਾ ਲੈਣਾ ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਸ਼ਾਇਦ ਕੋਈ ਗੱਲ ਜਾਂਦੀ ਤੁਹਾਡੇ ਨਾਲ ਹੋਰ ਸਾਂਝੀ ਕਰਨਾ ਚਾਹੁੰਦੇ ਨੇ ਜੀ, ਪਲੀਜ਼ ਤੁਸੀਂ ਕੁਝ। ਮੈਂ ਗੱਲ ਇਹ ਸਾਂਝੀ ਕਰਨਾ ਚਾਹੁੰਦਾ ਕਿ ਸਾਨੂੰ ਜਿਸ ਤਰ੍ਹਾਂ ਸਰਕਾਰ ਜਿਹੜੀ ਆ ਉਹ ਬਾਦਲ ਦੇ ਥਰੂ ਜਿਹੜਾ ਗੁਲਾਮ ਰੱਖ ਰਹੀ ਆ, ਇਹ ਕਾਰਨ ਵੀ ਬੜੇ ਸਾਡੇ ਲਈ ਬੜੇ ਅਹਿਮ ਨੇ। ਅੱਜ ਜਿਹੜੀ ਸਾਡੀ ਸਰਕਾਰ ਆ ਜਿਹਨੂੰ ਅਸੀਂ ਦਾਨ ਦਿੰਦੇ ਆ, ਦਸਵੰਧ ਦਿੰਦੇ ਆ ਗੁਰੂ ਦੇ ਆਸ਼ੇ ਅਨੁਸਾਰ, ਉਹ ਮਿਸਯੂਜ਼ ਹੋ ਰਿਹਾ। ਤੁਸੀਂ ਦੇਖ ਰਹੇ ਹੋ ਗੁਰਦੁਆਰਿਆਂ ਦੇ ਵਿੱਚ ਕਿਤੇ 12 ਲੱਖ ਦੀਆਂ ਸਬਜ਼ੀਆਂ ਦੇ ਬਿੱਲ ਜਾਲੀ ਨੇ। ਤਖਤ ਕੇਸਗੜ੍ਹ ਸਾਹਿਬ ਦੀ ਗੱਲ, ਹਾਂਜੀ, ਸੁਖਚਿਆਣਾ ਸਾਹਿਬ ਤੋਂ ਇੱਕ ਟਰੱਕ ਜਾ ਰਿਹਾ ਕਣਕ ਦਾ ਅੰਮ੍ਰਿਤਸਰ ਨੂੰ, ਉਹ ਪਹੁੰਚਦਾ ਹੀ ਨਹੀਂ।
ਇੱਕ ਕੱਲ ਨਵੀਂ ਨਿਊਜ਼ ਆ ਮੁਕਤਸਰ ਦੇ ਜਿਹੜੇ ਹੈਗੇ ਨੇ ਮੈਨੇਜਰ ਸਾਹਿਬ, ਉਹਨਾਂ ਨੇ ਤਕਰੀਬਨ 80,000 ਦਾ ਰੋਜ਼ ਸਮਾਨ ਵੇਚਿਆ ਲੰਗਰ ਦਾ, ਜਿਹੜਾ ਦਾਨ ਚ ਆਇਆ ਸੀਗੇ ਲੋਕ ਗਰੀਬਾਂ ਨੂੰ ਦਿੱਤਾ ਜਾਵੇ। ਤੋ ਇੱਕ ਨਹੀਂ ਦੋ ਨਹੀਂ, ਜਿਵੇਂ ਲੋਈ ਲਾ ਲਈਦੀ ਆ ਇਸ ਤਰ੍ਹਾਂ ਕਰਪਸ਼ਨ ਹੋ ਰਹੀ ਆ। ਤੇ ਕਮੇਟੀ ਵੱਲੋਂ ਜ਼ਿਆਦਾਤਰ ਕੀ ਹੁੰਦਾ ਹੈ ਕਿ ਇਹ ਕਮੇਟੀ ਬਣਾ ਦਿੱਤੀ ਗਈ ਜੀ, ਜਿਹੜੇ ਕਰਪਸ਼ਨ ਕਰਨ ਵਾਲਾ ਉਹਨੂੰ ਦੂਜੇ ਗੁਰਦੁਆਰੇ ਭੇਜ ਦਿੰਦੇ ਆ ਤੇ ਉਹ ਦੂਸਰੇ ਨੂੰ ਇੱਧਰ ਲੈ ਆਉਂਦੇ, ਤੇ ਉਹ ਇੱਥੇ ਫਿਰ ਕਰੀ ਜਾਂਦਾ, ਉਧਰੋਂ ਫਿਰ ਕਰੀ ਜਾਂਦਾ। ਗੱਲ ਇਹ ਆ ਕਿ ਮੁਲਜ਼ਮ ਜਿਹੜਾ ਜਦੋਂ ਜੱਜ ਥਾਪਣ ਲੱਗ ਪਏ ਉਦੋਂ ਜਸਟਿਸ ਨਹੀਂ ਮਿਲ ਸਕਦਾ। ਇਹਦੇ ਨਾਲ ਮਿਲਿਆ ਇੱਕ ਦੇਸੀ ਘਿਓ, ਜਿਹੜਾ ਇੱਕ ਡਿਮਾਂਡ ਹੁੰਦੀ ਆ ਪ੍ਰਬੰਧਕ ਕਮੇਟੀ ਦੀ, ਸਭ ਤੋਂ ਜ਼ਿਆਦਾ ਡਿਮਾਂਡ ਦੇਸੀ ਘਿਓ ਦੀ ਆ। ਸਾਡੇ ਕੋਲ ਇੱਕ ਫੈਕਟਰੀ ਆ ਵੇਰਕਾ ਇੰਡਸਟਰੀ ਆ, ਜਿਹੜੀ ਸਾਡੀ ਪੰਜਾਬ ਦਾ ਮਾਣ ਵੀ ਆ ਤੇ ਪੰਜਾਬ ਦੇ ਲੋਕਾਂ ਦੀ ਰੁਜ਼ਗਾਰ ਵੀ ਆ। ਅੱਜ ਉਹਦਾ ਘਿਓ ਛੱਡ ਕੇ ਤੇ ਤੁਸੀਂ ਪੂਨੇ ਤੋਂ ਖਰੀਦ ਰਹੇ ਹੋ, ਤੇ ਉਹਦੀ ਵਜ੍ਹਾ ਕੀ ਹੈ ਜੀ? ਫਿਰ ਖਰੀਦ ਰਹੇ ਹੋ ਸਸਤਾ ਘਿਓ ਦੇ ਵਿੱਚ, ਜਿਹੜੀ ਤੁਸੀਂ ਸਮਝੌਤਾ ਕਰ ਰਹੇ ਹੋ ਇਹਦੀ ਕੁਆਲਿਟੀ ਦੇ ਨਾਲ, ਤੁਸੀਂ ਇਹ ਨਹੀਂ ਦੇਖਦੇ ਹੋ ਘਿਓ ਕਿਹੋ ਜਿਹਾ ਹੋਊਗਾ। ਮਲੇਸ਼ੀਆ ਤੋਂ ਪਾਲਮੋਲੀਨ ਤੇਲ ਲਿਆ ਕੇ ਜਿਹੜਾ ਮਿਕਸ ਕਰਕੇ ਸਾਨੂੰ ਘਿਓ ਬਣਾ ਕੇ ਦਿੰਦੇ ਨੇ, ਉਹ ਘਿਓ ਆ ਰਿਹਾ। ਤੇ ਇੱਥੇ ਤੁਸੀਂ ਬਾਰਗੇਨਿੰਗ ਕਰੋ ਅਫਸਰਾਂ ਨਾਲ ਕਿ ਤੁਸੀਂ ਸਾਨੂੰ ਇਹ ਬਿੱਲ ਜਿਹੜਾ ਉਹ ਬਣਾ ਕੇ ਦਿਓ, ਤਾਂ ਅਸੀਂ ਲੈ ਸਕਦੇ ਹਾਂ। ਕਈ ਦਿਨ ਦੀ ਬਾਰਗੇਨਿੰਗ ਤੋਂ ਬਾਅਦ ਇਹ ਫੈਸਲਾ ਲਿਆ ਕਿ ਤੁਹਾਡੇ ਤੋਂ ਨਹੀਂ ਲਵਾਂਗੇ, ਅਸੀਂ ਉੱਥੋਂ ਲਵਾਂਗੇ। ਔਰ ਇਹ ਮੈਂ ਬੜੇ ਲੰਬੇ ਸਮੇਂ ਤੋਂ ਦੇਖ ਰਿਹਾ, ਕਦੀ ਉੱਤਰਾਖੰਡ ਤੋਂ ਆ ਰਿਹਾ ਘਿਓ, ਇੱਕ ਟਰੱਕ ਆ ਰਿਹਾ, ਇੱਕ ਕਾਗਜ਼ਾਂ 'ਚ ਹੀ ਆ ਰਿਹਾ, ਕਾਗਜ਼ਾਂ 'ਚ ਹੀ ਪੈਸੇ ਜਾ ਰਹੇ, ਪੈਸੇ ਚਲੇ ਜਾਂਦੇ, ਟਰੱਕ ਨਹੀਂ ਆਉਂਦਾ। ਇਹ ਸਾਰਾ ਕੁਝ ਸ਼੍ਰੋਮਣੀ ਕਮੇਟੀ 'ਚ ਹੋ ਰਿਹਾ। ਇੱਕ ਕਾਗਜ਼ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਿਆਉਂਦਾ, ਉਹਦਾ ਟਰੱਕ ਦਾ ਬਿੱਲ ਆ ਜਾਂਦਾ ਭਰੇ ਦਾ, ਤੋ ਕਾਗਜ਼ ਨਹੀਂ ਆਉਂਦਾ, ਪੈਸੇ ਚਲੇ ਜਾਂਦੇ ਆ। ਤੋ ਇਹ ਜਿਹੜੀ ਕਰਪਸ਼ਨ ਆ ਇਹਦੀ ਅੱਤ ਹੋ ਗਈ। ਇਹ ਤੇ ਕਿਤੇ ਬਰਦਾਸ਼ਤ ਕੀਤੀ ਜਾ ਸਕਦੀ ਆ, ਪਰ 267 ਸਰੂਪ ਗੁਰੂ ਗ੍ਰੰਥ ਸਾਹਿਬ ਦੇ, ਸਾਨੂੰ ਇੱਕ ਸਰੂਪ ਜਿਹੜਾ ਜਦੋਂ ਨਰਾਦਰ ਹੁੰਦਾ ਗੁਰੂ ਦਾ, ਅਸੀਂ ਮਰ ਮਿਟ ਜਾਂਦੇ ਆ। 267 ਸਰੂਪ ਜਿਹੜੇ ਜਿੱਥੇ ਛਪਾਈ ਹੁੰਦੀ ਆ, ਸੀਰੀਅਲ ਨੰਬਰ ਲੱਗਦਾ ਬਕਾਇਦਾ, ਜੇ ਦੇਣ ਸਮੇਂ ਇੱਕ ਸਿਸਟਮ ਆ, ਐਪਲੀਕੇਸ਼ਨ ਆਉਂਦੀ ਆ, ਉਹ ਐਪਲੀਕੇਸ਼ਨ ਤੇ ਆਈਡੀ ਹੁੰਦੀ ਆ, ਰੈਸ ਹੁੰਦਾ, ਉਹ ਫਿਰ ਦਰਿਆਫਤ ਕਰਦੇ ਕਿ ਇੱਥੇ ਰੱਖਿਆ ਜਾ ਸਕਦਾ, ਮਹਾਰਾਜ ਦਾ ਪ੍ਰਕਾਸ਼ ਕੀਤਾ ਜਾ ਸਕਦਾ। ਫਿਰ ਉਸ ਤੋਂ ਬਾਅਦ ਉਹ ਸੈਕਸ਼ਨ ਕਰਦੇ, ਫਿਰ ਅੱਗੇ ਜਾਂਦਾ, ਫਿਰ ਉੱਥੇ ਪੇਮੈਂਟ ਕੀਤੀ ਜਾਂਦੀ, ਰਸੀਦ ਮਿਲਦੀ ਆ। ਫਿਰ ਉਸ ਤੋਂ ਬਾਅਦ ਉਹ ਬੰਦਾ ਅੱਗੇ ਜਾਂਦਾ, ਫਿਰ ਅਖੀਰ ਤੇ ਜਾ ਕੇ ਮਹਾਰਾਜ ਦਾ ਸਰੂਪ ਕਮੇਟੀ ਛੱਡ ਕੇ ਆਉਂਦੀ ਹੈ। ਪਰ 267 ਸਰੂਪ ਜਿਹੜੀ ਆ ਉਹ ਗਾਇਬ ਨੇ ਵਿੱਚੋਂ ਜੀ, ਤੇ 5 ਸਾਲਾਂ ਤੋਂ ਗਾਇਬ ਨੇ, ਤੇ 5 ਸਾਲਾਂ ਤੋਂ ਇਸ ਅੱਗ ਨੂੰ ਕੱਖਾਂ ਦੇ ਵਿੱਚ ਲੁਕੋਇਆ ਜਾ ਰਿਹਾ। ਅੱਜ ਕਮੇਟੀ ਦੀ ਮੂਰਖਤਾਨਾ ਹਰਕਤ ਵਿੱਚ ਹੀ ਇਹ ਉਜਾਗਰ ਹੋ ਗਿਆ। ਤਾਂ ਉੱਥੇ ਵੀ ਆਪਣੀ ਕਮੇਟੀ, ਆਪਣੇ ਬੰਦਿਆਂ ਦੀ ਕਮੇਟੀ, ਜਦੋਂ ਇਹ ਅੱਗ ਲੱਗੀ ਲਾਈ ਕਿਸ ਨੇ? ਉਹ ਕੋਈ ਉਹਦਾ ਨਾ ਪੁਲਿਸ ਨੂੰ ਕਰਨ ਦਿੱਤਾ, ਨਾ ਆਪ ਕੀਤਾ ਜੀ। ਬਿਰਕਲ ਸਿੰਘ ਸਾਹਿਬ, ਜਿਹੜਾ ਇਹ ਕੱਚਾ ਚਿੱਠਾ ਭਾਵੇਂ ਸ਼੍ਰੋਮਣੀ ਕਮੇਟੀ ਦਾ ਹੈ ਭਾਵੇਂ ਕਿਸੇ ਦਾ, ਜੇਕਰ ਇਹਨੂੰ ਖੋਲ੍ਹਣ ਬੈਠੀਏ ਤਾਂ ਮੇਰੇ ਖਿਆਲ ਸਾਨੂੰ ਇੱਕ ਪੂਰਾ ਹੋਰ ਐਪੀਸੋਡ ਲਾਉਣਾ ਪਵੇਗਾ। ਜੀ। ਬਿਰਕਲ ਜਾਂਦੇ ਇੱਕ ਟਿੱਪਣੀ ਇਹ ਹੈ ਕਿ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ 'ਚ ਇੱਕ ਪ੍ਰਚਲਿਤ ਹੈ ਕਿ ਸਬ ਕਮੇਟੀ ਬਣਾ ਦਿੱਤੀ ਜਾਂਦੀ ਹੈ, ਤੇ ਸਬ ਕਮੇਟੀ ਦਾ ਜੋ ਉੱਥੇ ਆਮ ਜੋ ਸ਼੍ਰੋਮਣੀ ਕਮੇਟੀ ਦੇ ਅੰਦਰ ਬਾਹਰ ਨੂੰ ਜਾਣਦੇ ਨੇ, ਉਹਦੀ ਪਰਿਭਾਸ਼ਾ ਹੈ ਕਿ ਸਬ ਕਮੇਟੀ ਸਭ ਕੁਝ ਮਿੱਟੀ। ਸੋ ਇਸੇ ਨੋਟ ਨਾਲ ਅਸੀਂ ਵਿਦਾ ਲੈਂਦੇ ਹਾਂ। ਬਹੁਤ ਸ਼ੁਕਰੀਆ। ਤੋ ਇਹ ਮੈਂ ਮਹਿਸੂਸ ਕਰਦਾ ਕਿ ਜਿਹੜੀ ਸੈਂਟਰ ਸਰਕਾਰ ਆ, ਉਹਨੂੰ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਵੇ, ਉਹਨੂੰ ਪ੍ਰਫੁੱਲਤ ਹੋਣ ਦਿਓ, ਇਲੈਕਸ਼ਨ ਕਰਾਓ, ਫਿਰ ਇਲੈਕਸ਼ਨ ਕਰਾਓ, ਬਾਦਲ ਨੂੰ ਸਾਡੇ ਗਲੋਂ ਲੈਣ ਦਿਓ ਜੀ। ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।